ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੋ ਇਕਾਦਸ਼ੀ ਸਦਾ ਹੀ, ਸੰਤਨ ਕੇ ਮਨ ਮਾਹੇ। ਜੋ ਤੂੰ ਭਾਖਤ ਬ੍ਰਤ ਕੋ, ਗਤ ਐਸੀ ਲਖ ਤਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ, ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਤੇ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਪ੍ਰੇਮੀ ਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਇਹ ਸਮਾਂ ਸਤਿਗੁਰਾਂ ਦੀ ਸੰਗਤ ਵਿੱਚ ਜੋ ਬੀਤ ਰਿਹਾ ਸਫਲ ਹੋ ਰਿਹਾ ਹੈ। ਘਰ ਤੋਂ ਚੱਲਣ ਵੇਲੇ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲੱਗਣੀ ਪ੍ਰਾਰੰਭ ਹੋ ਜਾਂਦੀ ਹੈ। ਜਿਹੜਾ ਸਮਾਂ ਸਤਿਗੁਰਾਂ ਦੀ ਯਾਦ ਵਿੱਚ ਗੁਜ਼ਰਦਾ ਹੈ, ਪਾਤਸ਼ਾਹ ਦੇ ਚਰਨਾਂ ਵਿੱਚ ਆਉਣ ਸਮੇਂ ਜਿਹੜਾ ਸਮਾਂ ਬੀਤਦਾ ਹੈ, ਉਹ ਸਾਰਾ ਸਮਾਂ ਸਫਲ ਹੈ। ਜਿਹੜਾ ਨਿਰੰਕਾਰ ਦੀ ਯਾਦ ਤੋਂ ਬਿਨਾਂ ਸਮਾਂ ਬੀਤਦਾ ਉਹ ਨਿਸ਼ਫਲ ਹੈ। ਜਗਤ ਗੁਰੂ ਬਾਬਾ ਜੀ ਦੇ ਅਨੰਨ ਸੇਵਕ ਭਾਈ ਸਾਹਿਬ ਭਾਈ ਮਨ ਸੁਖ ਜੀ, ਜੋ ਲਾਹੌਰ ਸ਼ਹਿਰ ਦੇ ਬੜੇ ਵੱਡੇ ਵਪਾਰੀ ਸਨ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨਾਲ ਸੁਲਤਾਨਪੁਰ ਸਾਹਿਬ ਆ ਕੇ ਧਾਰਨ ਕੀਤੀ। ਮਲਸੀਆਂ ਨਗਰ ਦੇ ਰਹਿਣ ਵਾਲੇ ਭਾਈ ਭਗੀਰਥ ਜੀ ਦੀ ਸੰਗਤ ਕਰਕੇ ਇਹਨਾਂ ਨੂੰ ਰੰਗ ਲੱਗਾ। ਮਹਾਰਾਜ ਜੀ ਦੇ ਚਰਨਾਂ ਦੇ ਸੇਵਕ ਬਣੇ। ਗੁਰਦੇਵ ਕੋਲੋਂ ਆਗਿਆ ਲੈ ਕੇ ਵਪਾਰ ਕਰਨ ਵਾਸਤੇ ਸਿੰਗਲਾ ਦੀਪ ਦੇ ਟਾਪੂ ਤੇ ਗਏ। ਸਤਿਗੁਰਾਂ ਨੇ ਜਾਣ ਸਮੇਂ ਹੁਕਮ ਕੀਤਾ ਸੀ, ਭਾਈ ਮਨਸੁਖ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਕੇ ਦੇਗ ਸਾਰਿਆਂ 'ਚ ਵਰਤਾਉਣੀ ਹੈ। ਇਹ ਮਰਿਆਦਾ ਦੀ ਪਾਲਣਾ ਕਰਨੀ ਹੈ, ਕਿਉਂਕਿ ਸਤਿਗੁਰੂ ਜੀ ਨੇ ਇਸੇ ਜੁਗਤ ਦੇ ਨਾਲ ਖੇਡ ਵਰਤਾਣੀ ਸੀ ਜੋ ਸਿੰਗਲਾ ਦੀਪ ਦੇ ਟਾਪੂ ਤੇ ਵਰਤਣੀ ਸੀ। ਭਾਈ ਮਨਸੁਖ ਜੀ ਸਿੰਗਲਾ ਦੀਪ ਗਏ ਨੇ, ਵਪਾਰ ਕਰਦੇ ਨੇ। ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰਕੇ ਦੇਗ ਵਰਤਾਉਂਦੇ ਹਨ। ਇਕਾਦਸ਼ੀ ਦਾ ਦਿਨ ਆਇਆ। ਰਾਜੇ ਸ਼ਿਵਨਾਭ ਨੇ ਆਪਣੇ ਸ਼ਹਿਰ ਵਿੱਚ ਐਲਾਨ ਕੀਤਾ ਹੋਇਆ ਸੀ ਕਿ ਇਸ ਦਿਨ ਸਾਰੇ ਵਰਤ ਰੱਖਣਗੇ, ਕੋਈ ਭੋਜਨ ਨਹੀਂ ਛਕੇਗਾ, ਨਾ ਕੋਈ ਚੁੱਲ੍ਹਾ ਤਪਾਵੇਗਾ। ਪਰ ਭਾਈ ਮਨਸੁਖ ਨੇ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰਦਿਆਂ ਇਕਾਦਸ਼ੀ ਵਾਲੇ ਦਿਨ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕੀਤਾ, ਨਿਤਨੇਮ ਕੀਤਾ, ਬਾਣੀ ਪੜ੍ਹੀ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਵਰਤਾਉਣ ਲੱਗੇ ਤੇ ਨਗਰ 'ਚ ਸ਼ੋਰ ਮਚ ਗਿਆ। ਰਾਜੇ ਸ਼ਿਵਨਾਭ ਕੋਲ ਸ਼ਿਕਾਇਤ ਹੋਈ ਕਿ ਜੀ ਕੋਈ ਬੰਦਾ ਹੈ, ਵਿਅਕਤੀ ਹੈ, ਜਿਸ ਨੇ ਅੱਜ ਚੁੱਲ੍ਹਾ ਤਪਾਇਆ ਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਵਰਤਾਣੀ ਚਾਹੀ। ਰਾਜੇ ਨੇ ਗੁੱਸਾ ਕਰਕੇ ਭਾਈ ਮਨਸੁਖ ਜੀ ਨੂੰ ਆਪਣੇ ਕੋਲ ਸੱਦਿਆ। ਕਹਿਣ ਲੱਗਾ ਕਿ ਵੇਖਣ ਵਿੱਚ ਤੂੰ ਸਾਡੇ ਭਾਈਚਾਰੇ ਦਾ ਲੱਗਦਾ ਹੈ,
ਪਰ ਤੂੰ ਸਾਡੀ ਮਰਿਆਦਾ ਦਾ ਪਾਲਣ ਨਹੀਂ ਕੀਤਾ, ਜੇ ਇਕਾਦਸ਼ੀ ਦਾ ਵਰਤ ਨਹੀਂ ਰੱਖਿਆ। ਭਾਈ ਮਨਸੁਖ ਜੀ ਕਹਿਣ ਲੱਗੇ, ਰਾਜਾ ਸ਼ਿਵਨਾਭ, ਜਿਹੜਾ ਵਰਤ ਤੁਸੀਂ ਕਦੇ ਕਦੇ ਰੱਖਦੇ ਹੋ, ਸਾਡੇ ਸਤਿਗੁਰਾਂ ਦੇ ਹੁਕਮ ਨਾਲ ਉਹ ਵਰਤ ਅਸੀਂ ਰੋਜ਼ਾਨਾ ਹੀ ਰੱਖਦੇ ਹਾਂ। ਥੋੜਾ ਖਾਣਾ ਤੇ ਥੋੜਾ ਸਵਣਾ, ਇਹ ਸਾਡਾ ਨਿਤ ਦਾ ਵਰਤ ਹੈ। ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੀ ਬਚਨ ਹਨ। ਅਸੀਂ ਥੋੜਾ ਖਾਣਾ ਤੇ ਥੋੜਾ ਸਵਣ ਦਾ ਵਰਤ ਰੱਖਦੇ ਹਾਂ। ਰਾਜਾ ਸ਼ਿਵਨਾਭ ਭਾਈ ਮਨਸੁਖ ਜੀ ਦੇ ਬਚਨ ਸੁਣ ਰਿਹਾ ਤੇ ਅਸਰ ਵੀ ਕਰ ਰਹੇ ਨੇ ਬਚਨ। ਅਸੀਂ ਵੀ ਕਿਸੇ ਨਾਲ ਗੱਲਬਾਤ ਕਰਦੇ ਹਾਂ, ਬਚਨ ਕਰਦੇ ਹਾਂ, ਪਰ ਸਾਡੇ ਬਚਨ ਕਿਸੇ ਤੇ ਅਸਰ ਨਹੀਂ ਕਰਦੇ। ਉਹ ਬਚਨ ਵੀ ਅੱਗੇ ਆ ਰਹੇ ਨੇ ਵੀ ਕਿਉਂ ਅਸਰ ਨਹੀਂ ਕਰਦੇ ਭਲਾ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ ਤੇ ਰਸਨਾ ਨੂੰ ਪਵਿੱਤਰ ਕਰਦਿਆਂ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਸੋ ਇਕਾਦਸ਼ੀ ਸਦਾ ਹੀ, ਸੰਤਨ ਕੇ ਮਨ ਮਾਹੇ। ਭਾਈ ਮਨਸੁਖ ਜੀ ਕਹਿੰਦੇ, ਰਾਜਾ ਸ਼ਿਵਨਾਭ, ਤੁਹਾਡੀ ਇਕਾਦਸ਼ੀ ਕਦੇ ਆਉਂਦੀ ਹੈ? ਸਾਡੇ ਪਾਸ ਜਿਹੜੇ ਸੰਤ ਜਨ ਹਨ, ਉਹਨਾਂ ਸੰਤ ਜਨਾਂ ਦੇ ਪਾਸ ਉਹ ਇਕਾਦਸ਼ੀ ਰੋਜ਼ ਹੀ ਵਰਤਦੀ ਹੈ। ਸਾਡੀ ਇਕਾਦਸ਼ੀ ਤਾਂ ਨਿਤ ਦੀ ਹੈ। ਜੋ ਤੂੰ ਭਾਖਤ ਬ੍ਰਤ ਕੋ, ਗਤ ਐਸੀ ਲਖ ਤਾਹੇ। ਜਿਹੜਾ ਤੂੰ ਇਕਾਦਸ਼ੀ ਦਾ ਵਰਤ ਦੱਸਦਾ ਹੈ, ਸਾਡੇ ਉਹ ਇਕਾਦਸ਼ੀ ਦਾ ਵਰਤ ਰੋਜ਼ ਹੀ ਲੱਗਾ ਰਹਿੰਦਾ ਹੈ। ਅਸੀਂ ਤਾਂ ਰੋਜ਼ ਹੀ ਐਸਾ ਵਰਤ ਪਾਲਦੇ ਹਾਂ। ਚੌਪਈ ਪੁਨ ਮੱਜਨ ਕੀ ਗਾਥਾ ਸੁਣੀਏ। ਥੋੜਾ ਖਾਣਾ ਤੇ ਥੋੜਾ ਸਵਣਾ, ਇਹ ਸਾਡਾ ਨਿਤ ਦਾ ਵਰਤ ਹੈ। ਖਾਲਸਾ ਜੀ, ਅੱਜ ਦੇ ਵਰਤਮਾਨ ਦੇ ਸਮੇਂ ਵਿੱਚ ਵੀ ਵੇਖਣ 'ਚ ਬਹੁਤ ਕੁਝ ਆਉਂਦਾ ਹੈ। ਗੁਰੂ ਕੇ ਸਿੱਖਾਂ ਦੇ ਘਰਾਂ ਵਿੱਚ ਵੀ ਇਹ ਮਨਮਤ ਦੀਆਂ ਰੀਤੀਆਂ ਜਿਹੜੀਆਂ ਨੇ ਉਹ ਚੱਲਣ ਲੱਗ ਪਈਆਂ। ਸਿੱਖਾਂ ਦੇ ਘਰ ਦੀਆਂ ਇਹ ਰੀਤੀਆਂ ਨਹੀਂ ਹਨ ਕਿ ਕਦੇ ਕਿਹੜਾ ਵਰਤ ਰੱਖਣਾ, ਕਦੇ ਕਰਵਾ ਚੌਥ ਦਾ ਵਰਤ ਰੱਖਣਾ ਤੇ ਕਦੇ ਸੋਮਵਾਰੀ ਮੱਸਿਆ ਦਾ ਵਰਤ ਰੱਖਣਾ। ਇੱਦਾਂ ਦੇ ਬਹੁਤ ਸਾਰੇ ਵਰਤ ਅੱਜ ਕੱਲ੍ਹ ਸਿੱਖਾਂ ਦੇ ਘਰਾਂ ਵਿੱਚ ਵੀ ਰੱਖਣ ਵਾਲੇ ਨਜ਼ਰ ਆਉਂਦੇ ਹੈ। ਮਹਾਰਾਜ ਗਰੀਬ ਨਵਾਜ ਸਾਹਿਬ ਜੀ ਨੇ ਇਹਨਾਂ ਫੋਕੇ ਕਰਮ ਕਾਂਡਾਂ ਦਾ ਖੰਡਨ ਕੀਤਾ। ਐਸਾ ਵਰਤ ਨਹੀਂ ਰੱਖਣਾ। ਉਹਦੇ ਬਾਬਤ ਗੁਰਦੇਵ ਦੇ ਬਚਨ ਨੇ ਗੁਰਬਾਣੀ ਵਿੱਚ, ਛੋਡ ਹੈ ਅੰਨ ਕਰਹਿ ਪਾਖੰਡ, ਨਾ ਸੁਹਾਗਣ ਨਾ ਉਹੇ ਰੰਡ। ਇੱਦਾਂ ਦੇ ਬਹੁਤ ਸਾਰੇ ਪ੍ਰਮਾਣ ਸਤਿਗੁਰਾਂ ਦੀ ਬਾਣੀ ਵਿੱਚ ਹਨ। ਤੇ ਪਹਿਲਾਂ ਤਾਂ ਮਾਈਆਂ ਬੀਬੀਆਂ ਵਰਤ ਰੱਖਦੀਆਂ ਵੇਖੀਆਂ ਜਾਂਦੀਆਂ ਸਨ। ਹੁਣ ਤਾਂ ਕਈ ਭਾਈ ਵੀ ਰੱਖਣ ਲੱਗ ਪਏ ਵਰਤ। ਕਹਿੰਦੇ ਜੀ ਸਾਡਾ ਸਾਡੀ ਭਾਗਵਾਨ ਨਾਲ ਪਿਆਰ ਬੜਾ, ਉਹ ਸਾਰਾ ਦਿਨ ਭੁੱਖੀ ਰਹਿੰਦੀ, ਅਸੀਂ ਕਿਉਂ ਖਾਈਏ ਜੀ। ਉਹ ਵੀ ਨਾਲ ਵਰਤ ਰੱਖਣ ਲੱਗ ਪਏ। ਅੱਜ ਕੱਲ੍ਹ ਤਾਂ ਇੱਦਾਂ ਵੀ ਸੁਣਨ ਨੂੰ ਮਿਲਦਾ ਹੈ। ਖਾਲਸਾ ਜੀ, ਉਹ ਕਾਹਦਾ ਵਰਤ ਹੋਇਆ ਵੀ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਚੰਗੀ ਤਰ੍ਹਾਂ ਠੂਸ ਲੈਣਾ, ਮੁੜ ਕੇ ਰਾਤ ਨੂੰ ਫਿਰ ਜਿੰਨਾ 4 ਦਿਨ 'ਚ ਰਾਸ਼ਨ ਖਾਣਾ ਸੀ ਇੱਕੋ ਟਾਈਮ 'ਚ ਖਾ ਲਿਆ। ਪੁਰਾਣੇ ਸਮਿਆਂ ਵਿੱਚ ਇਹ ਜਿਹੜੀ ਵਰਤ ਆਦਿਕ ਰੱਖਣ ਦੀ ਰਵਾਇਤ ਸੀ, ਉਹ ਕਿਸੇ ਕਈ ਕਾਰਨਾਂ ਕਰਕੇ ਹੋਵੇਗੀ। ਅੰਨ ਘੱਟ ਹੋਵੇਗਾ, ਚਲੋ ਵੀ ਇੱਕ ਦਿਨ ਨਾ ਖਾਵਾਂਗੇ, ਅੰਨ ਬਚੇਗਾ। ਪਰ ਅੱਜ ਕੱਲ੍ਹ ਦਾ ਸਮਾਂ ਤਾਂ ਹੋਰ ਹੀ ਬਣ ਗਿਆ। ਲੋਕਾਂ ਨੇ ਉਹਦਾ ਪਖੰਡ ਬਣਾ ਕੇ ਉਹਨੂੰ ਬਹੁਤ ਜ਼ਿਆਦਾ ਅਪਣਾ ਲਿਆ। ਗੁਰੂ ਘਰ ਦਾ ਜਿਹੜਾ ਵਰਤ ਹੈ, ਥੋੜਾ ਖਾਣਾ ਤੇ ਥੋੜਾ ਸਵਣਾ, ਇਹ ਵਰਤ ਹੈ। ਭਾਈ ਮਨਸੁਖ ਜੀ ਕਹਿੰਦੇ ਇਹ ਵਰਤ ਅਸੀਂ ਰੋਜ਼ ਹੀ ਰੱਖਦੇ। ਫਿਰ ਇਹਨੇ ਆਖਿਆ ਜੀ ਤੁਸੀਂ ਸਵੇਰੇ ਮੂੰਹ ਹਨੇਰੇ ਹੀ, ਹਾਲੇ ਸੂਰਜ ਨਹੀਂ ਚੜ੍ਹਿਆ ਹੁੰਦਾ ਤੇ ਇਸ਼ਨਾਨ ਕਰਨ ਲੱਗ ਪੈਂਦੇ ਹੋ। ਕਿਉਂਕਿ ਅਸੀਂ ਤਾਂ ਉਦੋਂ ਇਸ਼ਨਾਨ ਕਰਦੇ ਹਾਂ ਜਦੋਂ ਸੂਰਜ ਚੜ੍ਹੇ। ਸੂਰਜ ਚੜ੍ਹਦਿਆਂ ਇਸ਼ਨਾਨ ਕਰਨ ਦਾ ਸਾਡਾ ਵਿਧਾਨ ਹੈ। ਤੋ ਭਾਈ ਸਾਹਿਬ ਭਾਈ ਮਨਸੁਖ ਜੀ ਹੁਣ ਉਹਦੇ ਬਾਰੇ ਦੱਸਣ ਲੱਗੇ ਨੇ। ਕਹਿੰਦੇ ਜੋ ਤੂੰ ਕਹਿਣਾ ਨਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀਦਾ ਹੈ,
ਨਿਸ਼ਚੇ ਨਾਨ ਅਧਿਕ ਫਲ ਜਨੀਏ। ਅੰਮ੍ਰਿਤ ਵੇਲੇ ਉੱਠ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਰਨ ਦਾ ਜਿਹੜਾ ਮਹਾਤਮ ਹੈ ਉਹ ਬੜਾ ਵੱਡਾ ਹੈ। ਵੈਦਿਕ ਕਿਰਿਆ ਦੇ ਰੂਪ ਦੇ ਵਿੱਚ ਵੀ ਜਦੋਂ ਵੈਦਿਕ ਕਿਰਿਆ ਦਾ ਮਤਲਬ ਹੁੰਦਾ ਜਿਹੜੇ ਡਾਕਟਰੀ ਪੱਖ ਤੋਂ ਇਸ਼ਨਾਨ ਕਰਨ ਦਾ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦਾ ਬੜਾ ਵੱਡਾ ਮਹੱਤਵ ਹੈ। ਵੀ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਇਸ਼ਨਾਨ ਕਰਨ ਦਾ ਉਹਦਾ ਬੜਾ ਮਹਾਤਮ, ਅਧਿਆਤਮਿਕ ਰੂਪ ਵਿੱਚ ਵੀ ਇਹਦਾ ਬੜਾ ਵੱਡਾ ਪੁੰਨ ਹੈ, ਇਹਦਾ ਬੜਾ ਵੱਡਾ ਮਹਾਤਮ ਹੈ। ਜਾਮ ਜਾਮਨੀ ਨਾਵਨ ਕਰਹੀ। ਮਹਾਰਾਜ ਜੀ ਭਾਈ ਮਨਸੁਖ ਜੀ ਕਹਿੰਦੇ, ਹੇ ਰਾਜਾ ਸ਼ਿਵਨਾਭ, ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ। ਬਹੁਤ ਸਾਰੇ ਗੁਰਮੁਖ ਕਈ ਪੁੱਛਦੇ ਐ ਕਿ ਜੀ ਪਿਛਲਾ ਪਹਿਰ ਜਿਹੜਾ ਰਾਤ ਦਾ ਉਹ ਕਿਹੜਾ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੁੰਦਾ ਹੈ। ਉਹ ਇਸ ਤਰ੍ਹਾਂ ਹੈ ਗੁਰੂ ਖਾਲਸਾ ਜੀ ਕਿ ਮੌਸਮ ਦੇ ਮੁਤਾਬਕ ਜਿਵੇਂ ਸੂਰਜ ਦੇ ਚੜ੍ਹਨ ਤੋਂ 3 ਘੰਟੇ ਪਹਿਲਾਂ ਜਿਹੜਾ ਸਮਾਂ ਹੋਵੇਗਾ ਉਹ ਰਾਤ ਦਾ ਪਿਛਲਾ ਪਹਿਰ ਹੈ। ਮੰਨ ਲਓ ਜਿਵੇਂ ਅੱਜ ਕੱਲ੍ਹ 7 ਵਜੇ ਸੂਰਜ ਉਦੇ ਹੁੰਦਾ, ਲੋ ਲੱਗਦੀ ਹੈ 7 ਵਜੇ, ਤੇ ਲੋ ਲੱਗਣ ਤੋਂ ਪਹਿਲਾਂ ਜਿਹੜੇ 3 ਘੰਟੇ ਨੇ ਉਹ ਪਹਿਲਾ ਪਹਿਰ ਹੋਵੇਗਾ। ਜੇ ਗਰਮੀਆਂ ਦੇ ਵਿੱਚ 5:15 5:30 ਸੂਰਜ ਉਦੇ ਹੁੰਦਾ ਤਾਂ ਉਹਦੇ ਮੁਤਾਬਕ 3 ਘੰਟੇ ਪਿੱਛੇ ਚਲਾ ਜਾਣਾ ਤੇ ਫਿਰ ਰਾਤ ਦਾ ਪਿਛਲਾ ਪਹਿਰ ਬਣ ਜਾਂਦਾ। 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ। ਉਹ ਜਿਵੇਂ ਜਿਵੇਂ ਮੌਸਮ ਦੇ ਮੁਤਾਬਕ ਤਬਦੀਲੀ ਆਉਂਦੀ ਹੈ ਸੂਰਜ ਉਦੇ ਹੋਣ ਵਿੱਚ, ਤਿਵੇਂ ਤਿਵੇਂ ਉਹ ਸਮਾਂ ਬਦਲਦਾ ਰਹਿੰਦਾ ਹੈ। ਭਾਈ ਮਨਸੁਖ ਜੀ ਕਹਿੰਦੇ ਕਿ ਪਿਛਲੇ ਪਹਿਰ ਅੰਮ੍ਰਿਤ ਵੇਲੇ ਉੱਠਣਾ ਔਰ ਉਹਦਾ ਇਸ਼ਨਾਨ ਕਰਨਾ। ਕੰਚਨ ਭਾਰ ਦਾਨ ਫਰ ਫਰਹੀ। ਸਾਡੇ ਗੁਰਦੇਵ ਦਾ ਹੁਕਮ ਹੈ ਕਿ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਜਿਹੜਾ ਬਾਣੀ ਪੜ੍ਹਦਾ ਹੈ ਉਹਨੂੰ 1.25 ਮਣ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਕੰਚਨ ਭਾਰ 1.25 ਮਣ ਸੋਨਾ ਦਾਨ ਕਰਨ ਦਾ ਪੁੰਨ ਮਹਾਤਮ ਉਸ ਨੂੰ ਪ੍ਰਾਪਤ ਹੁੰਦਾ ਹੈ। ਚਤੁਰ ਘਟੀ ਨਿਸ ਤੇਜੋ ਨਹਾਵੈ। ਜਿਹੜਾ 4 ਘੜੀਆਂ ਰਾਤ ਬਾਕੀ ਬਚਿਆਂ ਇਸ਼ਨਾਨ ਕਰਦਾ ਹੈ ਤਿਤਨੋ ਦਾਨ ਰਜਤ ਫਲ ਪਾਵੈ। ਉਹਨੂੰ 1.25 ਮਣ ਚਾਂਦੀ ਦਾਨ ਕਰਨ ਦਾ ਮਹਾਤਮ ਫਲ ਪ੍ਰਾਪਤ ਹੁੰਦਾ ਹੈ। ਸ਼ਾਸਤਰਾਂ 'ਚ ਲਿਖਿਆ ਹੈ। ਘਟੀ ਰਹਿਣ ਤੇ ਕਰਹਿ ਇਸ਼ਨਾਨਾ। ਜਿਹੜਾ ਘੜੀ ਰਾਤ ਰਹਿੰਦਿਆਂ ਇਸ਼ਨਾਨ ਕਰਦਾ ਹੈ ਫਲ ਹੋਵੇ ਖੀਰ 1.25 ਮਣ ਦਾਨਾ। ਉਹਨੂੰ 1.25 ਮਣ ਦੁੱਧ ਦਾਨ ਕਰਨ ਦਾ ਮਹਾਤਮ ਫਲ ਪ੍ਰਾਪਤ ਹੁੰਦਾ ਹੈ। ਪ੍ਰਾਤਿ ਕਾਲ ਉੱਠ ਕਰ ਜੋ ਨਹਾਵੈ। ਜਿਹੜਾ ਲੋ ਲੱਗਣ ਤੇ ਇਸ਼ਨਾਨ ਕਰਦਾ ਯਾਨੀ ਕਿ ਥੋੜਾ ਥੋੜਾ ਦਿਨ ਚੜ ਜੇ ਉਦੋਂ ਇਸ਼ਨਾਨ ਕਰਦਾ ਹੈ। ਮਨ ਜਲ ਦਾਨ ਕਰੇ ਫਲ ਪਾਵੈ। ਉਹਨੂੰ 1.25 ਮਣ ਪਾਣੀ ਦਾਨ ਕਰਨ ਦਾ ਮਹਾਤਮ ਫਲ ਪ੍ਰਾਪਤ ਹੁੰਦਾ ਹੈ। ਦਿਵਸ ਚਰੇ ਜੋ ਨਾਵਹਿ ਜੋ। ਜਿਹੜਾ ਦਿਨ ਚੜਿਆ ਨਹਾਉਂਦਾ ਵੀ ਸੂਰਜ ਜਦੋਂ ਚੜ ਜੇ ਉਦੋਂ ਇਸ਼ਨਾਨ ਕਰਦਾ ਤਾਂ ਕੋ ਹੋਵੇ ਨਾ ਪੁੰਨ ਫਲ ਕੋ। ਉਹਨੂੰ ਨਾ ਕੋਈ ਪੁੰਨ ਮਿਲਦਾ ਤੇ ਨਾ ਕੋਈ ਲਾਭ ਮਿਲਦਾ। ਬਸ ਸਰੀਰ ਤਾਂ ਉਹਦਾ ਸ਼ੁੱਧ ਹੋ ਜਾਂਦਾ ਨਹਾ ਕੇ, ਹੋਰ ਕੋਈ ਪੁੰਨ ਨਹੀਂ ਜੇ ਮਿਲਦਾ, ਉਹਨੂੰ ਕੋਈ ਫਲ ਪ੍ਰਾਪਤ ਨਹੀਂ ਹੁੰਦਾ। ਫਲ ਏਤੋ ਹੀ ਦੇਹ ਪੁਨੀਤਾ। ਉਹਨੂੰ ਬਸ ਇੰਨਾ ਕੀ ਫਲ ਹੈ ਵੀ ਸਰੀਰ ਪਵਿੱਤਰ ਹੋ ਗਿਆ, ਸਰੀਰ ਸ਼ੁੱਧ ਹੋ ਗਿਆ, ਇਹਦੇ ਤੋਂ ਵੱਧ ਹੋਰ ਕੁਝ ਨਹੀਂ ਮਿਲਦਾ। ਨਿਸ ਤੇ ਨਾਵਨ ਆਦੀ ਰੀਤਾ। ਇਸ ਕਰਕੇ ਅੰਮ੍ਰਿਤ ਵੇਲੇ ਰਾਤ ਰਹਿੰਦਿਆਂ, ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਨ ਦੀ ਜਿਹੜੀ ਮਰਜ਼ਾਦਾ ਹੈ, ਹੇ ਰਾਜਾ ਸ਼ਿਵਨਾਭ, ਉਹ ਜੁਗਾਂ ਜੁਗਾਂ ਤੋਂ ਚੱਲਦੀ ਹੈ। ਮਹਾਪੁਰਸ਼ ਰਿਸ਼ੀ ਮੁਨੀ ਤਪਸਵੀ ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ। ਕਬੀਰ ਜੀ ਨੇ ਜਦੋਂ ਗੁਰਮੰਤਰ ਲਿਆ ਭਗਤ ਰਾਮਾਨੰਦ ਜੀ ਮਹਾਰਾਜ ਜੀ ਪਾਸੋਂ, ਤੇ ਰਾਮਾਨੰਦ ਜੀ ਮਹਾਰਾਜ ਹਾਲਾਂਕਿ ਉਹ ਭਗਤ ਨੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਜਾਂਦੇ ਸੀ ਗੰਗਾ ਤੇ ਰਸਤੇ 'ਚ ਹੀ ਕਬੀਰ ਜੀ ਨਾਲ ਮੇਲ ਹੋਇਆ ਸੀ ਜਿੱਥੋਂ ਉਹਨਾਂ ਨੂੰ ਗੁਰਮੰਤਰ ਮਿਲਿਆ। ਸੋ ਕਹਿਣ ਤੋਂ ਭਾਵ ਭਾਈ ਮਨਸੁਖ ਜੀ ਕਹਿੰਦੇ ਕਿ ਇਹ ਆਦ ਰੀਤ ਹੈ ਮੁੱਢ ਤੋਂ ਕਿ ਅੰਮ੍ਰਿਤ ਵੇਲੇ ਉੱਠਣਾ। ਬ੍ਰਹਮ ਮੁਹੂਰਤ ਕਹਿੰਦੇ ਆ ਮਹਾਂਪੁਰਸ਼, ਜਿਹੜਾ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਨਾ ਉਹਨੂੰ ਬ੍ਰਹਮ ਮੁਹੂਰਤ ਦਾ ਸਮਾਂ ਕਹਿੰਦੇ ਆ। ਉਸ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਨਿਜ ਧਿਆਨ ਪਰਾਇਣ ਹੋਣਾ, ਆਪਣੇ ਵਿੱਚ ਇਕਮਿਕ ਹੋਣਾ, ਬਾਣੀ ਪੜ੍ਹਨੀ, ਭਜਨ ਕਰਨਾ, ਸਿਮਰਨ ਕਰਨਾ, ਬੰਦਗੀ ਕਰਨੀ, ਇਹ ਵਿਧਾਨ ਜਿਹੜਾ ਇਹ ਆਦਿ ਕਾਲ ਤੋਂ ਚੱਲਦਾ ਆਇਆ। ਤਦੇ ਮਹਾਰਾਜ ਜੀ ਭਗਤਾਂ ਨੇ ਵੀ ਇਹ ਬਚਨ ਕਹੇ ਨੇ ਕਿ ਜਿਹੜੇ ਪਿਛਲੀ ਰਾਤ ਨਹੀਂ ਜਾਗਦੇ, ਅੰਮ੍ਰਿਤ ਵੇਲੇ ਨਹੀਂ ਉੱਠਦੇ,
ਉਹ ਜੀਵਦੇ ਹੀ ਮਰਿਆਂ ਦੇ ਬਰਾਬਰ ਹਨ। ਭਾਵੇਂ ਉਹ ਜੀਵਦੇ ਨੇ ਪਰ ਉਹ ਜੀਵਦੇ ਹੀ ਮਰਿਆਂ ਦੇ ਬਰਾਬਰ ਹਨ। ਜਿਹੜੇ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਨਹੀਂ ਉੱਠਦੇ। ਇਸ ਕਰਕੇ ਗੁਰੂ ਕਾ ਸਿੱਖ ਰਾਤ ਦੇ ਪਹਿਲੇ ਪਹਿਰ ਹੀ ਜਦੋਂ ਸੌਣ ਦੀ ਤਿਆਰੀ ਕਰਦਾ, ਸੋਹਿਲਾ ਸਾਹਿਬ ਦੀ ਬਾਣੀ ਪੜ੍ਹ ਕੇ ਆਪਣੇ ਮਾਲਕ ਦੇ ਚਰਨਾਂ 'ਚ ਅਰਦਾਸ ਕਰਦਾ, ਸਤਿਗੁਰੂ ਕਿਰਪਾ ਕਰਿਓ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਓ। ਤੇ ਜਿਹੜੇ ਰਾਤ ਦਾ ਪਹਿਲਾ ਪਹਿਰ ਸੰਭਾਲ ਲੈਂਦੇ, ਉਹ ਪਿਛਲਾ ਪਹਿਰ ਵੀ ਸੰਭਾਲ ਲੈਂਦੇ ਹੈ। ਬਹੁਤ ਸਾਰਿਆਂ ਦਾ, ਸਾਡਿਆਂ ਦਾ ਮਨ ਦਾ ਇਹ ਫੁਰਨਾ ਹੁੰਦਾ ਜੀ ਸਾਡੇ ਕੋਲ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਹੁੰਦੀ। ਜੇ ਰਾਤ ਦੇ 1-1 ਵਜੇ ਤੱਕ ਮੋਬਾਈਲ ਤੇ ਉਂਗਲਾਂ ਮਾਰਦੀਆਂ ਨੇ, ਫਿਰ ਕਿੱਥੇ ਅੰਮ੍ਰਿਤ ਵੇਲਾ ਸੰਭਾਲ ਹੋਣਾ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਆ ਤਾਂ ਭਾਈ ਰਾਤ ਦਾ ਪਹਿਲਾ ਪਹਿਰ ਸੰਭਾਲਣਾ ਪੈਣਾ। ਤੇ ਰਾਤ ਦਾ ਪਹਿਲਾ ਪਹਿਰ ਸੰਭਾਲ ਕੇ, ਯਾਨੀ ਕਿ ਛੇਤੀ ਸੌਂ ਜਾਓ ਤੇ ਛੇਤੀ ਉੱਠ ਜਾਓ। ਸਰੀਰ ਨੂੰ ਵੀ ਤਾਂ 6-7 ਘੰਟੇ ਦੀ ਨੀਂਦ ਚਾਹੀਦੀ ਹੈ ਨਾ। ਪਰਮੇਸ਼ਰ ਨੇ ਪ੍ਰਕਿਰਤੀ ਸਰੀਰ ਦੀ ਐਸੀ ਬਣਾਈ ਹੈ ਵੀ ਘੱਟੋ ਘੱਟ 6-7 ਘੰਟੇ 8 ਘੰਟੇ ਸਰੀਰ ਨੂੰ ਵੀ ਆਰਾਮ ਮਿਲੇ। ਉਹਦੇ ਵਾਸਤੇ ਵੀ ਤਾਂ ਸਮਾਂ ਚਾਹੀਦਾ। ਤੋ ਉਹਦੇ ਵਾਸਤੇ ਭਾਈ ਛੇਤੀ ਸਭੋ ਪਹਿਲੇ ਪਹਿਰਾ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾ ਗਨ ਲਹਨ ਸੇ ਸਾਈ ਕੰਨੋਂ ਦਾ ਹਾਥ। ਜਿਹੜੇ ਪਹਿਲਾ ਪਹਿਰ ਸੰਭਾਲ ਲੈਂਦੇ ਆ ਰਾਤ ਦਾ, ਉਹਨਾਂ ਨੂੰ ਬਾਅਦ ਵਿੱਚ ਫਲ ਵੀ ਚੰਗਾ ਮਿਲਦਾ। ਅੰਮ੍ਰਿਤ ਵੇਲਾ ਸੰਭਾਲ ਲੈਂਦੇ ਆ। ਜਿਹੜੇ ਜਾਗਦੇ ਆ, ਮਹਾਰਾਜ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠਦੇ, ਉਹ ਆਪਣੇ ਮਾਲਕ ਦੇ ਚਰਨਾਂ 'ਚੋਂ ਦਾਤਾਂ ਪ੍ਰਾਪਤ ਕਰਦੇ ਹਨ। ਅੰਮ੍ਰਿਤ ਵੇਲਾ ਦਾਤਾਂ ਦਾ ਸਮਾਂ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤ ਵੇਲਾ ਜਿਹੜਾ ਨਾ, ਇਹ ਦਾਤਾਂ ਦਾ ਸਮਾਂ, ਖੁੱਲੀਆਂ ਦਾਤ ਹੈ। ਤਾਂ ਮੇਰੇ ਸਾਹਿਬ ਦੇ ਘਰ ਵਿੱਚ ਸਾਦਾ ਹਰਾ ਹੀ ਸਦਾ ਹੀ ਦਾਤਾਂ ਵਰਤਦੀਆਂ ਨੇ, ਪਰ ਅੰਮ੍ਰਿਤ ਵੇਲੇ ਖੁੱਲੀਆਂ ਦਾਤਾਂ ਦੇ ਭੰਡਾਰੇ ਪ੍ਰਾਪਤ ਹੁੰਦੇ, ਕਿਉਂਕਿ ਸਾਡੇ ਕੋਲ ਸੁਰਤ ਇਕਾਗਰ ਹੁੰਦੀ ਆ ਉਦੋਂ। ਤੇ ਜਿੰਨੀ ਸੁਰਤ ਇਕਾਗਰ ਹੋਵੇਗੀ, ਉਤਨੀਆਂ ਹੀ ਦਾਤਾਂ ਵੱਧ ਗੁਰੂ ਕੋਲੋਂ ਪ੍ਰਾਪਤ ਹੁੰਦੀਆਂ। ਅੰਮ੍ਰਿਤ ਵੇਲੇ ਦੇ ਦਿਨ ਦੇ ਸਮੇਂ ਸਾਡਾ ਖੰਡਾਵ, ਜਿਵੇਂ ਜਿਵੇਂ ਦਿਨ ਚੜ੍ਹਦਾ ਲੋ ਲੱਗਦੀ ਹੈ, ਖੰਡਾਵ ਵਧੀ ਜਾਂਦਾ। ਸੁਰਤੀਆਂ ਖਿੰਡੀ ਜਾਂਦੀਆਂ, ਬਿਰਤੀਆਂ ਖਿੰਡੀ ਜਾਂਦੀਆਂ ਨੇ। ਜਦੋਂ ਰਾਤ ਨੂੰ ਸੌਂ ਕੇ ਸਵੇਰੇ ਉੱਠੀਦਾ, ਉਦੋਂ ਥੋੜੀਆਂ ਬਿਰਤੀਆਂ ਘੱਟ ਖਿੰਡੀਆਂ ਹੁੰਦੀਆਂ, ਇਕਾਗਰਤਾ ਹੁੰਦੀ ਹੈ। ਤੇ ਜਿੰਨੀ ਵੱਧ ਇਕਾਗਰਤਾ ਹੋਵੇਗੀ, ਉਨੀਆਂ ਵੱਧ ਦਾਤਾਂ ਸਤਿਗੁਰਾਂ ਕੋਲੋਂ ਮਿਲਦੀਆਂ। ਜਿਵੇਂ ਜਿਵੇਂ ਇਕਾਗਰਤਾ ਘਟੀ ਜਾਏਗੀ, ਤਿਵੇਂ ਤਿਵੇਂ ਸਾਹਿਬ ਦੀਆਂ ਦਾਤਾਂ ਤੋਂ ਵੀ ਦੂਰ ਹੁੰਦੇ ਚਲੇ ਜਾਵਾਂਗੇ। ਤੋ ਅੰਮ੍ਰਿਤ ਵੇਲੇ ਦਾ ਸਮਾਂ ਬੜਾ ਪਿਆਰਾ ਸਮਾਂ ਮਹਾਂਪੁਰਸ਼ ਦੱਸਦੇ ਹੈ ਕਿ ਭਾਈ ਇਹ ਉਹ ਸਮਾਂ ਜਦੋਂ ਤੁਸੀਂ ਆਪਣੇ ਆਪ ਨਾਲ ਮਿਲ ਕੇ ਬਹਿ ਸਕਦੇ ਹੋ। ਗੁਰੂ ਕੇ ਸਿੱਖਾਂ ਵਿੱਚ ਇਹ ਪੁਰਾਤਨ ਸਮੇਂ ਦੀ ਮਰਿਆਦਾ ਰਹੀ ਹੈ, ਪਰ ਅੱਜ ਕੱਲ੍ਹ ਵਰਤਮਾਨ ਦੇ ਸਮੇਂ 'ਚ ਵੇਖੀਏ ਤੇ ਸਾਡੇ ਵਿੱਚ ਇਹ ਪੱਖ ਘਟ ਰਿਹਾ ਹੈ। ਅਸੀਂ ਜਿਹੜਾ ਇਹ ਮੇਲ ਹੈ ਨਾ, ਗੁਰੂ ਖਾਲਸਾ ਜੀ ਮਹਾਂਪੁਰਸ਼ ਦੱਸਦੇ ਹੈ ਕਿ ਇੱਕ ਜੜ ਜੜ ਦਾ ਮੇਲ ਹੁੰਦਾ ਤੇ ਇੱਕ ਜੜ ਚੇਤਨ ਦਾ ਮੇਲ ਹੁੰਦਾ। ਜਿਹੜਾ ਜੜ ਚੇਤਨ ਦਾ ਮੇਲ ਹੈ, ਉਹ ਅੰਮ੍ਰਿਤ ਵੇਲੇ ਜਦੋਂ ਅਸੀਂ ਬਾਣੀ ਪੜ੍ਹਨ ਵੇਲੇ ਆਪਣੇ ਸਰੂਪ ਦੇ ਵਿੱਚ ਇਕਾਗਰ ਹੁੰਨੇ ਆ, ਉਹ ਜੜ ਚੇਤਨ ਦਾ ਮੇਲ ਹੈ। ਉਹ ਆਨੰਦ ਅੱਜ ਸਾਡੇ ਤੋਂ ਬਹੁਤ ਦੂਰ ਹੁੰਦਾ ਚੱਲਿਆ ਜਾ ਰਿਹਾ ਹੈ। ਕੁਝ ਸਮੇਂ ਲਈ ਨੇਤਰ ਮੁੰਦ ਕੇ ਆਪਣੇ ਧਿਆਨ ਵਿੱਚ ਬੈਠਣਾ, ਧਿਆਨ ਦੀ ਪ੍ਰਕਿਰਿਆ ਵਿੱਚ ਬੈਠਣਾ। ਬੜੇ ਬੜੇ ਮੱਤ ਨੇ ਜਿਨ੍ਹਾਂ ਨੇ ਇਸ ਬਿਰਤੀ ਨੂੰ ਧਾਰਨ ਕੀਤਾ ਹੋਇਆ, ਜਿਹੜੇ ਧਿਆਨ ਸਾਧਨਾ ਕਰਦੇ ਹੈ। ਸਾਡੇ ਵਿੱਚ ਇਹ ਧਿਆਨ ਸਾਧਨਾ ਘਟ ਰਹੀ ਹੈ, ਇਸੇ ਕਰਕੇ ਖੰਡਾਵ ਵੱਧ ਰਿਹਾ ਹੈ, ਇਸੇ ਕਰਕੇ ਵਾਦ ਵਿਵਾਦ ਵੱਧ ਰਹੇ ਨੇ, ਇਸੇ ਕਰਕੇ ਕਿੰਤੂ ਪਰੰਤੂ ਦੀਆਂ ਬਿਰਤੀਆਂ ਵੱਧ ਪੈਦਾ ਹੋ ਰਹੀਆਂ ਹਨ, ਕਿਉਂਕਿ ਸਾਡੀ ਸਾਧਨਾ ਜਿਹੜੀ ਹੈ ਉਹ ਕਮਜ਼ੋਰ ਹੋ ਰਹੀ ਹੈ। ਬਾਣੀ ਪੜ੍ਹਨ ਨੂੰ ਵੀ ਜਦੋਂ ਸਾਡੇ ਸਮਾਜ ਦੇ ਵਿੱਚ ਸਿਮਰਨ ਕਰਨ ਦੇ ਉੱਤੇ ਵੀ ਕਿੰਤੂ ਪਰੰਤੂ ਕਰਕੇ ਕਹਿਣ ਲੱਗ ਪਏ ਵੀ ਇਹ ਤੋਤਾ ਰਟਨ ਹੈ, ਇਹ ਬਾਰ-ਬਾਰ ਬਾਣੀ ਪੜ੍ਹਨਾ ਤੋਤਾ ਰਟਨ ਹੈ ਜੀ, ਇਹਦਾ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ। ਤੇ ਜਦੋਂ ਇਹ ਬਾਰ-ਬਾਰ ਗੱਲਾਂ ਕਹੀਆਂ ਜਾਣ ਲੱਗ ਪਈਆਂ, ਇਹਦਾ ਮਤਲਬ ਹੈ ਸਾਡੀ ਇਕਾਗਰਤਾ ਖਤਮ ਕਰਨਾ ਚਾਹੁੰਦੇ ਹੈ। ਜਿਵੇਂ ਜਿਵੇਂ ਇਕਾਗਰਤਾ ਖਤਮ ਹੋਵੇਗੀ, ਤਿਵੇਂ ਤਿਵੇਂ ਰਸ ਖਤਮ ਹੋਵੇਗਾ। ਜਿਵੇਂ ਜਿਵੇਂ ਰਸ ਖਤਮ ਹੋਵੇਗਾ ਆਤਮਾ ਦਾ, ਤਿਵੇਂ ਤਿਵੇਂ ਵਿਖਾਦ ਵਧਣਗੇ, ਝਗੜੇ ਵਧਣਗੇ। ਇਸ ਕਰਕੇ ਪੁਰਾਤਨ ਸਮੇਂ ਤੋਂ ਜਨਮ ਸਾਖੀਆਂ ਵਿੱਚ, ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਦੀ ਸਾਧਨਾ ਨਹੀਂ ਤਿਆਗਦੇ। ਅੱਜ ਵੀ ਵਰਤਮਾਨ ਦੇ ਸਮੇਂ 'ਚ ਬਹੁਤ ਗੁਰਸਿੱਖ ਨੇ ਜਿਹੜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੈ, ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਦੇ ਆ, ਭਜਨ ਕਰਦੇ ਆ, ਨਿਤਨੇਮ ਕਰਦੇ ਆ, ਔਰ ਅੰਮ੍ਰਿਤ ਵੇਲੇ ਆਪਣੇ ਨਿਜ ਸਰੂਪ ਦੇ ਵਿੱਚ ਅਭੇਦ ਹੋਣ ਦਾ ਯਤਨ ਕਰਦੇ ਹਨ। ਭਾਈ ਮਨਸੁਖ ਜੀ ਕਹਿੰਦੇ, ਹੇ ਰਾਜਾ ਸ਼ਿਵਨਾਭ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਨ ਦਾ ਇਹ ਬੜਾ ਵੱਡਾ ਮਹਾਤਮ ਹੈ ਕਿ ਜਿਹੜਾ ਕੋਈ ਦਿਨ ਚੜ੍ਹੇ ਨਹਾਉਂਦਾ ਹੈ,
ਉਹਨੂੰ ਕੇਵਲ ਇੰਨਾ ਹੀ ਫਲ ਹੈ ਵੀ ਉਹਦਾ ਸਰੀਰ ਸ਼ੁੱਧ ਹੋ ਜਾਂਦਾ ਹੈ, ਹੋਰ ਕੋਈ ਫਲ ਉਹਨੂੰ ਪ੍ਰਾਪਤ ਨਹੀਂ ਹੁੰਦਾ। ਨਿਗਮ ਆਗਮ ਕੀ ਆਹੈਸ ਨਿਦੇਸ਼ਾ। ਮਹਾਰਾਜ ਜੀ ਭਾਈ ਮਨਸੁਖ ਜੀ ਕਹਿੰਦੇ ਆ, ਨਿਗਮ ਆਗਮ ਜਿਹੜੇ ਸ਼ਾਸਤਰ ਨੇ, ਵੇਦ ਨੇ, ਉਹ ਵੀ ਇਹੀ ਹੁਕਮ ਕਰਦੇ ਆ ਵੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਣਾ ਚਾਹੀਏ, ਅੰਮ੍ਰਿਤ ਵੇਲੇ ਉੱਠ ਕੇ ਸਰੀਰ ਦੀ ਕਿਰਿਆ ਸੋਧਣੀ ਚਾਹੀਏ ਤੇ ਬਾਣੀ ਸਿਮਰਨ ਸਾਧਨਾ ਕਰਨੀ ਚਾਹੀਏ। ਨਹਿ ਕਛ ਮੇਰੇ ਵਾਕ ਨਰੇਸ਼ਾ। ਇਹ ਰਾਜਾ, ਇਹ ਮੇਰੇ ਬਚਨ ਨਹੀਂ ਹਨ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਇਹ ਮੇਰੇ ਵਾਕ ਨਹੀਂ, ਇਹ ਤਾਂ ਨਿਗਮ ਸ਼ਾਸਤਰ ਵੀ ਕਹਿੰਦੇ ਹਨ। ਜੇ ਤੂੰ ਅਸ ਸੰਸ਼ੈ ਉਪਜਾਇਸ। ਇਹ ਰਾਜਾ, ਜੇ ਤੇਰੇ ਮਨ ਵਿੱਚ ਇਸ ਤਰ੍ਹਾਂ ਦਾ ਸੰਸਾ ਪੈਦਾ ਹੁੰਦਾ ਹੈ, ਭਾਨ ਉਗੇ ਤੇ ਮੱਜਨ ਆਇਸ, ਕਿ ਹੁਕਮ ਹੈ ਵੀ ਸੂਰਜ ਚੜ੍ਹਦਿਆਂ ਇਸ਼ਨਾਨ ਕਰਨਾ, ਕਿਉਂਕਿ ਰਾਜਾ ਸ਼ਿਵਨਾਭ ਤਾਂ ਇਹੀ ਸੰਸਾ ਕਰ ਰਿਹਾ ਨਾ ਵੀ ਜਦੋਂ ਸੂਰਜ ਚੜ੍ਹੇ ਉਦੋਂ ਨਹਾਉਣਾ ਚਾਹੀਦਾ। ਜੇ ਤੂੰ ਇਹ ਸੰਸਾ ਕਰੇ ਤਾਂ ਪਰ ਮੇਰੇ ਬਚਨ ਸੁਨੀਜੈ। ਤੇਰੇ ਉਸ ਸੰਸੇ ਦੀ ਨਿਵਰਤੀ ਲਈ ਮੈਂ ਤੈਨੂੰ ਇਹ ਬਚਨ ਦੱਸਦਾ, ਸੁਣ। ਨੀਕੇ ਸੁਮਤ ਧਾਰ ਮਨ ਲੀਜੈ। ਔਰ ਸ੍ਰੇਸ਼ਟ ਮਤ ਧਾਰਨ ਕਰਕੇ ਨਾ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ। ਦੋਹਰਾ ਕੇਤਿਕ ਦਿਨਨ ਤੈ ਪਰਵ੍ਰਿਤੀ ਕਰਮ ਕਾਂਡ ਕੀ ਰੀਤ। ਆ ਜਿਹੜੀ ਕਰਮ ਕਾਂਡ ਦੀ ਰੀਤ ਹੈ ਨਾ, ਇਹ ਕੁਝ ਸਮੇਂ ਤੋਂ ਹੀ ਪ੍ਰਵਿਰਤ ਹੋਈ ਹੈ, ਇਹ ਪੁਰਾਣੀ ਨਹੀਂ ਹੈ। ਕਿ ਸੂਰਜ ਚੜ੍ਹੇ ਉੱਠ ਕੇ ਨਹਾਉਣ ਦੀ ਜਿਹੜੀ ਇਹ ਪ੍ਰਵਿਰਤੀ ਹੋਈ ਹੈ, ਕੁਝ ਸਮੇਂ ਤੋਂ ਹੀ ਪੈਦਾ ਹੋਈ ਹੈ, ਇਹ ਪੁਰਾਣੀ ਨਹੀਂ, ਆਦ ਜੁਗਾਦੀ ਨਹੀਂ। ਕਰਹਿ ਨਾਨ ਰਵ ਉਦੈ ਤੇ ਅਸ ਬਿਦ ਸਮਝੋ ਚੀਤ। ਜਿਹੜਾ ਸੂਰਜ ਚੜ੍ਹਨ ਵੇਲੇ ਨਹਾਉਣ ਦਾ ਵਿਧਾਨ ਚੱਲਿਆ, ਇਹ ਥੋੜੇ ਸਮੇਂ ਤੋਂ ਚੱਲਿਆ। ਪੁਰਾਤਨ ਸਮੇਂ ਦੀ ਜਿਹੜੀ ਮਰਿਆਦਾ ਹੈ, ਸਨਾਤਨੀ ਮਰਿਆਦਾ ਹੈ ਤੁਹਾਡੀ, ਉਹਦੇ 'ਚ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਵਿਧਾਨ ਲਿਖਿਆ ਹੋਇਆ ਹੈ। ਚੌਪਈ ਜਾਮ ਜਾਮਨੀ ਮੱਜਨ ਕਰਕੇ। ਕਿ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਕੇ ਸਿਮਰਹਿ ਨਾਮ ਪ੍ਰੇਮ ਔਰ ਧਰ ਕੇ। ਪਰਮੇਸ਼ਰ ਦਾ ਸਿਮਰਨ ਕਰਨਾ, ਭਜਨ ਕਰਨਾ, ਇਹ ਮਰਿਆਦਾ ਹੈ। ਤੇ ਜਿਹੜੀ ਇਹ ਤੁਸੀਂ ਸੂਰਜ ਚੜ੍ਹੇ ਹੋਏ ਇਸ਼ਨਾਨ ਕਰਨ ਦੀ ਰੀਤੀ ਹੈ, ਇਹ ਕੁਝ ਸਮੇਂ ਤੋਂ ਚੱਲੀ ਹੈ, ਪੁਰਾਣੀ ਨਹੀਂ ਹੈ। ਇਹ ਉਹਨਾਂ ਨੇ ਚਲਾਈ ਹੈ ਜਿਹੜੇ ਕਹਿੰਦੇ ਜੀ ਸਾਡੀ ਬੈਟਰੀ ਚਾਰਜ ਨਹੀਂ ਹੁੰਦੀ ਜਦੋਂ ਤੱਕ ਸੂਰਜ ਨਾ ਚੜ੍ਹਦਾ, ਉਦੋਂ ਤੱਕ ਜੋ ਸੁੱਤੇ ਨਾ ਰਹੀਏ। ਇਹ ਮਰਿਆਦਾ ਉਹਨਾਂ ਨੇ ਚਲਾਈ। ਜਿਹੜੇ ਆਲਸੀ ਦਲਿੱਦਰੀ ਲੋਕ ਸੀ, ਉਹਨਾਂ ਆਖਿਆ ਜੀ ਸੂਰਜ ਚੜ੍ਹੇ ਨਹਾਉਣਾ ਚਾਹੀਦਾ, ਸੂਰਜ ਚੜ੍ਹੇ ਇਸ਼ਨਾਨ ਕਰਨਾ ਚਾਹੀਦਾ, ਵੀ ਜਦੋਂ ਨੇਜਾ ਸਿਰ ਤੇ ਆ ਜਾਏ ਸੂਰਜ ਤੇ ਉਦੋਂ ਤੱਕ ਬੈਟਰੀ ਚਾਰਜ ਹੋਵੇ। ਇਦਾਂ ਦੇ ਬਹੁਤ ਸਾਰੇ ਲੋਕ ਹੁੰਦੇ ਆ। ਇਹ ਆਲਸੀ ਦਲਿੱਦਰੀ ਲੋਕਾਂ ਦੀ ਪ੍ਰਵਿਰਤੀ ਹੈ। ਜਿਹੜੇ ਰੱਬ ਦੇ ਪਿਆਰੇ ਨੇ, ਉਹ ਤਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ, ਇਸ਼ਨਾਨ ਕਰਕੇ, ਪ੍ਰੇਮ ਸਹਿਤ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਮਹਿਮਾ ਜਾਗਨ ਪਿਛਲੀ ਰਹਿਣਾ। ਪਿਛਲੀ ਰਾਤ ਜਾਗਣ ਦੀ ਬੜੀ ਵੱਡੀ ਭਾਰੀ ਮਹਿਮਾ ਹੈ। ਨਿਗਮ ਆਗਮ ਪਾਖਤ ਕਹਿ ਬੈਨਾ। ਇਹ ਤਾਂ ਸ਼ਾਸਤਰ ਵੇਦ ਵੀ ਸਾਰੇ ਕਹਿੰਦੇ ਹਨ। ਇੱਕ ਗੱਲ ਹੋਰ ਸੁਣਨ ਵਾਲੀ, ਵਿਚਾਰਨ ਵਾਲੀ ਹੈ। ਹੁਣ ਕੋਈ ਆਖੇ ਕਿ ਮੈਂ ਅੰਮ੍ਰਿਤ ਵੇਲੇ ਉੱਠਦਾ ਰੋਜ਼ ਜੀ, ਮੇਰੇ ਵਰਗਾ ਕੋਈ ਨਹੀਂ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਭਜਨ ਨਾ ਕਰੇ, ਫਿਰ ਕੀ ਫਾਇਦਾ ਬਈ? ਫਿਰ ਤਾਂ ਕੋਈ ਲਾਭ ਨਹੀਂ ਨਾ। ਵੀ ਇਕੱਲਾ ਇਸ਼ਨਾਨ ਕਰ ਲਵੇ, ਭਜਨ ਨਾ ਕਰੇ, ਬਾਣੀ ਨਾ ਪੜ੍ਹੇ, ਸਿਮਰਨ ਨਾ ਕਰੇ, ਤੇ ਅੰਮ੍ਰਿਤ ਵੇਲੇ ਇਦਾਂ ਹੀ ਚੰਚਲਤਾਈ 'ਚ ਬਤੀਤ ਕਰ ਦੇਵੇ, ਤੇ ਫਿਰ ਉਹਦਾ ਕੀ ਫਾਇਦਾ? ਉਹਦਾ ਵੀ ਕੋਈ ਲਾਭ ਨਹੀਂ। ਉਹਦੇ ਨਾਲੋਂ ਤਾਂ ਚੰਗਾ 2 ਘੜੀਆਂ ਹੋਰ ਸੌਂ ਲੈਂਦਾ। ਫਿਰ ਇਹੋ ਜਿਹੇ ਜਾਗਣ ਨਾਲੋਂ ਸੁਪਨਾ ਭਲਾ। ਵੀ ਜੇ ਜਾਗ ਕੇ ਵੀ ਭਜਨ ਨਹੀਂ ਕੀਤਾ ਤੇ ਫਿਰ ਜਾਗਣ ਦਾ ਫਾਇਦਾ ਕੀ ਹੈ? ਵਿਕਾਰ ਹੀ ਚਿਤਵੇ ਹੈ। ਹੁੱਲੜਬਾਜ਼ੀਆਂ ਹੀ ਕੀਤੀਆਂ ਨੇ। ਕਈ ਹੁੰਦੇ ਆ ਐਸੇ ਵੀਰ, ਅੰਮ੍ਰਿਤ ਵੇਲੇ ਵੀ ਉੱਠ ਕੇ ਉਹਨਾਂ ਨੇ ਚੰਚਲਤਾ ਹੀ ਰੱਖਣੀ ਹੈ। ਜਿਉਂ ਸ਼ੋਰ ਪਾਉਂਦੇ ਆ ਧਰਮ ਸਥਾਨਾਂ ਦੇ ਉੱਤੇ ਆ ਕੇ ਵੀ ਨਾ ਰੱਬ ਰੱਬ ਕਰਨਾ, ਨਾ ਭਜਨ ਕਰਨਾ, ਨਾ ਬਾਣੀ ਪੜ੍ਹਨੀ ਹੈ, ਰੌਲਾ ਰੱਪਾ ਪਾ ਕੇ ਵੀ ਮੇਲਾ ਜਿਹਾ ਬਣਾ ਲੈਂਦੇ ਆ ਸਮੇਂ ਨੂੰ। ਖਾਲਸਾ ਜੀ, ਇਹ ਚੰਗੀ ਪਿਰਤ ਨਹੀਂ ਹੈ। ਅੰਮ੍ਰਿਤ ਵੇਲੇ ਤਾਂ ਬੋਲਣ ਨੂੰ ਚੇਤੀ ਨਾ ਕਰੇ ਗੁਰਸਿੱਖ ਦਾ। ਕੀ ਸਾਰਾ ਦਿਨ ਪਿਆ ਬੋਲਣਾ ਹੀ ਆ, ਗੱਲਾਂ ਹੀ ਕਰਨੀਆਂ ਨੇ। ਅੰਮ੍ਰਿਤ ਵੇਲੇ ਤਾਂ ਭਜਨ ਕਰੇ, ਵੱਧ ਤੋਂ ਵੱਧ ਬਾਣੀ ਪੜ੍ਹੇ। ਮਨ ਹੀ ਨਾ ਕਰੇ ਵੀ ਮੈਂ ਹੋਰ ਕੋਈ ਦੁਨਿਆਵੀ ਗੱਲਾਂ ਕਰਨੀਆਂ, ਸੰਸਾਰੀ ਗੱਲਾਂ ਕਰਨੀਆਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਭਾਈ ਮਨਸੁਖ ਜੀ, ਜੋ ਉਹਨਾਂ ਨੇ ਗੁਰੂ ਸਾਹਿਬ ਕੋਲੋਂ ਸਿੱਖਿਆ, ਉਹ ਰਾਜੇ ਸ਼ਿਵਨਾਭ ਨੂੰ ਸਿਖਾ ਰਹੇ ਨੇ। ਕਹਿੰਦੇ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨ ਦਾ ਹੁਕਮ ਹੈ।
ਪੁਨ ਪਾਹਨ ਪੂਜਨ ਪਰਕਾਰਾ। ਫਿਰ ਤੂੰ ਤੀਜੀ ਗੱਲ ਕਹੀ ਹੈ ਪੱਥਰਾਂ ਦੀ ਪੂਜਾ ਕਰਨ ਦੀ। ਤੂੰ ਠਾਕੁਰਾਂ ਦੀ ਪੂਜਾ ਕਰਦਾ, ਪਾਹਨ ਪੂਜਦਾ। ਭਾਈ ਮਨਸੁਖ ਜੀ ਕਹਿੰਦੇ ਇਹਦੇ ਬਾਰੇ ਵੀ ਸੁਣ। ਸੋ ਮੈਂ ਕਹੋ ਸੁਨਹੁ ਨਿਰਧਾਰਾ। ਉਹ ਵੀ ਮੈਂ ਤੈਨੂੰ ਦੱਸਦਾ ਵੀ ਮੈਂ ਪੱਥਰਾਂ ਨੂੰ ਕਿਉਂ ਨਹੀਂ ਪੂਜਦਾ, ਮੈਂ ਪਾਹਨ ਨੂੰ ਕਿਉਂ ਨਹੀਂ ਪੂਜਦਾ। ਕਿਉਂਕਿ ਉਹਨੇ ਕਿਹਾ ਨਾ ਵੀ ਤੂੰ ਪੂਜਾ ਵੀ ਨਹੀਂ ਕੀਤੀ ਪਾਹਨ ਜੀ ਦੀ, ਠਾਕੁਰ ਜੀ ਦੀ। ਤੇ ਭਾਈ ਮਨਸੁਖ ਜੀ ਕਹਿੰਦੇ ਮੈਂ ਕਿਉਂ ਨਹੀਂ ਪੂਜਦਾ, ਉਹਦੇ ਬਾਰੇ ਵੀ ਸੁਣ। ਖਾਤ ਨਾ ਪੀਤ ਨਾ ਦੇ ਉਪਦੇਸ਼ਾ। ਜਿਹੜਾ ਪਾਹਨ ਨਾ ਖਾਵੇ ਨਾ ਪੀਵੇ ਤੇ ਨਾ ਉਪਦੇਸ਼ ਦੇਵੇ, ਉਹਦੀ ਪੂਜਾ ਕੀ ਕਰਾਂ। ਜਿਹੜਾ ਪਾਹਨ ਨਾ ਖਾਵੇ ਨਾ ਪੀਵੇ ਤੇ ਨਾ ਉਪਦੇਸ਼ ਦੇਵੇ, ਜਿਹੜਾ ਉਪਦੇਸ਼ ਹੀ ਨਾ ਦੇਵੇ, ਉਹਦੀ ਪੂਜਾ ਦਾ ਕੀ ਲਾਭ। ਪੂਜਾ ਉਸ ਦੀ ਕਰੀਏ ਜਿਹੜਾ ਉਪਦੇਸ਼ ਦਿੰਦਾ। ਮਹਾਰਾਜ ਭਗਤ ਕਬੀਰ ਜੀ ਮਹਾਰਾਜ ਬੜੇ ਸੁੰਦਰ ਬਚਨ ਕਹਿੰਦੇ। ਉਹ ਕਹਿੰਦੇ ਪਾਤੀ ਤੋਰਾ ਮਾਲ ਨਹੀਂ, ਪਾਤੀ ਪਾਤੀ ਜੀਓ। ਜਿਸ ਪਾਹਨ ਕੋ ਪਾਤੀ ਤੋਰੈ, ਸੋ ਪਾਹਨ ਨਿਰਜੀਓ। ਭੂਲੀ ਮਾਲ ਨਹੀਂ ਹੈ ਏਓ, ਸਤਿਗੁਰ ਜਾਗਤਾ ਹੈ ਦੇਵ। ਬ੍ਰਹਮ ਪਾਤੀ ਬਿਸ਼ਨ ਡਾਰੀ, ਫੂਲ ਸ਼ੰਕਰ ਦੇਵ। ਤੀਨ ਦੇਵ ਪ੍ਰਤਖ ਤੋਰੈ, ਕਰਹਿ ਕਿਸ ਕੀ ਸੇਵ। ਪਾਖਾਨ ਗੜਕੈ ਮੂਰਤ ਕੀਨੀ, ਦੇਖੈ ਛਾਤੀ ਪਾਉ। ਜੇ ਉਹ ਮੂਰਤ ਸਾਚੀ ਹੈ ਤੋ ਗੜਨਹਾਰੈ ਖਾਓ। ਬੜੇ ਪਕਵਾਨ ਬਣਾਏ, ਭਾਤ ਪਹਿਤ ਅਰ ਲਾਪਸੀ। ਕਰ ਕਰਾ ਕਾ ਸਾਰ, ਭੋਗਣਹਾਰੈ ਭੋਗਿਆ। ਇਸ ਮੂਰਤ ਕੈ ਮੁਖ ਛਾਰ। ਮਾਲਨ ਭੂਲੀ ਜਗ ਭੁਲਾਨਾ, ਹਮ ਭੁਲਾਨੇ ਨਾਹੇ। ਕਹਿ ਕਬੀਰ ਹਮ ਰਾਮ ਰਾਖੇ, ਕਿਰਪਾ ਕਰ ਹਰ ਰਾਏ। ਤੋ ਪਾਹਨ ਮਹਾਰਾਜ ਜੀ ਕਲਗੀਧਰ ਦੇ ਬਚਨ ਨੇ। ਤਾਂ ਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ। ਉਸ ਰੱਬ ਨੂੰ ਇਹ ਪੱਥਰ ਬਣਾ ਕੇ ਸੰਪੂਜਣ ਲੱਗ ਪਏ, ਪੱਥਰ ਸਮਝ ਕੇ ਜਾਣਨ ਲੱਗ ਪਏ। ਇਹ ਮੂਰਖਤਾ ਹੈ। ਭਾਈ ਮਨਸੁਖ ਜੀ ਕਹਿੰਦੇ ਜਿਹੜਾ ਪਾਹਨ ਜਿਸ ਦੀ ਤੂੰ ਪੂਜਾ ਲਈ ਕਹਿ ਰਿਹਾ ਹੈ, ਉਹ ਨਾ ਖਾਂਦਾ ਹੈ, ਨਾ ਪੀਂਦਾ ਹੈ, ਨਾ ਉਪਦੇਸ਼ ਦਿੰਦਾ ਹੈ, ਤਾਹੇ ਸੇਵ ਮੈਂ ਕਿਆ ਫਲ ਲੇਸਾ। ਉਹਦੀ ਸੇਵਾ ਕਰਕੇ ਮੈਨੂੰ ਕੀ ਫਲ ਮਿਲੇਗਾ ਜਿਹੜਾ ਉਪਦੇਸ਼ ਹੀ ਨਹੀਂ ਦਿੰਦਾ, ਜਿਹੜਾ ਮੈਨੂੰ ਉਪਦੇਸ਼ ਦੇ ਕੇ ਸਿੱਧ ਹੀ ਨਹੀਂ ਕਰਦਾ, ਗਿਆਨ ਹੀ ਨਹੀਂ ਦਿੰਦਾ। ਕਹਿੰਦੇ ਉਸ ਦੀ ਪੂਜਾ ਕਰਕੇ ਮੈਂ ਕੀ ਫਲ ਲਵਾਂਗਾ। ਸਤਿਗੁਰ ਪੂਰਨ ਪਰਮ ਕਿਰਪਾਲਾ। ਸਾਡੇ ਸਤਿਗੁਰੂ ਜੀ ਪੂਰਨ ਹਨ, ਪਰਮ ਦਿਆਲੂ ਕਿਰਪਾਲੂ ਹਨ। ਤਿਨ ਹੈ ਸੇਵ ਫਲ ਲਿਓ ਬਿਸਾਲਾ। ਮੈਂ ਉਹਨਾਂ ਦੀ ਸੇਵਾ ਕਰਕੇ ਫਲ ਲੈਣਾ ਜਿਹੜੇ ਸਤਿਗੁਰੂ ਜੀ ਸਾਡੇ ਸਦਾ ਹੀ ਜਾਗਦੇ ਹੈ। ਸਤਿਗੁਰ ਜਾਗਤਾ ਹੈ ਦੇਵ। ਮੈਂ ਤਾਂ ਸਤਿਗੁਰੂ ਜੀ ਦੀ ਸੇਵਾ ਕਰਕੇ ਫਲ ਪ੍ਰਾਪਤ ਕਰਦਾ ਹਾਂ। ਜਗਤ ਉਦਾਹਰਣ ਹਿਤ ਤਨ ਧਾਰਾ। ਜਗਤ ਦੇ ਜੀਵਾਂ ਦੇ ਉਧਾਰਨੇ ਵਾਸਤੇ ਸਤਿਗੁਰੂ ਜੀ ਨੇ ਸਰੀਰ ਧਾਰਨ ਕੀਤਾ। ਕਲ ਕੇ ਕਾਲ ਵਿਖੈ ਅਵਤਾਰਾ। ਇਸ ਕਲੀ ਕਾਲ ਦੇ ਸਮੇਂ ਦੇ ਵਿੱਚ ਉਹਨਾਂ ਨੇ ਅਵਤਾਰ ਧਾਰਿਆ ਹੈ। ਬਚਨ ਸੋ ਜਿਨ ਕੇ ਭਾਨ ਸਮਾਨਾ। ਜਿਨ੍ਹਾਂ ਦੇ ਬਚਨ ਸੂਰਜ ਦੇ ਪ੍ਰਕਾਸ਼ ਵਾਂਗੂ ਹਨ। ਤਮ ਅਗਿਆਨ ਕੀਨ ਹਮ ਹਾਨਾ। ਔਰ ਸਾਡੇ ਅੰਦਰ ਅਗਿਆਨਤਾ ਦੇ ਹਨੇਰੇ ਨੂੰ ਉਹਨਾਂ ਨੇ ਕੱਟ ਦਿੱਤਾ ਗਿਆਨ ਰੂਪੀ ਪ੍ਰਕਾਸ਼ ਕਰਕੇ। ਜਿਨ੍ਹਾਂ ਦੇ ਬਚਨ ਸੂਰਜ ਦੇ ਗਿਆਨ ਵਾਂਗੂ, ਸੂਰਜ ਦੇ ਪ੍ਰਕਾਸ਼ ਵਾਂਗੂ ਨੇ, ਜਿਹਨੇ ਸਾਡੇ ਹਿਰਦੇ ਦੇ ਅਗਿਆਨਤਾ ਦੇ ਤਮ ਨੂੰ, ਹਨੇਰੇ ਨੂੰ ਦੂਰ ਕੀਤਾ। ਮਗ ਬਿਹੰਗ ਕੋ ਜਿਨ ਹੈ ਬਤਾਵਾ। ਜਿਸ ਨੇ ਸਾਨੂੰ, ਕਿਉਂਕਿ ਭਾਈ ਮਨਸੁਖ ਜੀ ਨੇ ਕਿਹਾ ਸੀ ਸ਼ਿਵਨਾਭ ਦੋ ਰਾਹ ਨੇ। ਦਰਖਤ ਦੇ ਸਿਖਰ ਤੇ ਫਲ ਲੱਗਾ ਹੋਵੇ, ਇੱਕ ਕੀੜੀ ਦਾ ਰਾਹ, ਇੱਕ ਪੰਛੀ ਦਾ। ਕੀੜੀ ਵਿਚਾਰੀ ਟੁਰੇਗੀ ਤਣੇ ਤੋਂ ਹੌਲੇ 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 ਹੌਲੇ, ਕਦੋਂ ਪਹੁੰਚੀ ਫਲ ਤਾਈਂ। ਤੇ ਜਿਹੜਾ ਪੰਛੀ ਆ ਥੱਲਿਓਂ ਮਾਰਦਾ ਉਡਾਰੀ ਸਿੱਧਾ ਉਹਦੇ ਤੱਕ। ਭਾਈ ਸਾਹਿਬ ਕਹਿੰਦੇ ਸਾਡੇ ਸਤਿਗੁਰੂ ਜੀ ਨੇ ਜਿਹੜਾ ਸਾਨੂੰ ਰਾਹ ਦੱਸਿਆ ਨਾ, ਉਹ ਪੰਛੀ ਵਾਲਾ ਮਾਰਗ ਹੈ, ਉਡਾਰੀ ਮਾਰਦਾ ਹੈ। ਜਿਹੜਾ ਰਾਹ ਤੂੰ ਦੱਸਦਾ ਇਹ ਕੀੜੀ ਦਾ, ਕਦੋਂ ਪਹੁੰਚੀ, ਕਦੋਂ ਉੱਥੇ ਤੱਕ ਗਈ, ਕਰਮ ਕਾਂਡ ਦਾ।
ਸਾਡੇ ਸਤਿਗੁਰੂ ਜੀ ਨੇ ਸਾਨੂੰ ਪੰਛੀ ਦਾ ਰਾਹ ਦੱਸਿਆ ਹੈ। ਫਲ ਕੇ ਨਿਕਟ ਜਾਏ ਸੁਖ ਪਾਵਾ। ਜਿਹਦੇ ਨਾਲ ਚੱਲ ਕੇ ਅਸੀਂ ਉਸ ਫਲ ਦੇ ਕੋਲ ਪਹੁੰਚ ਕੇ ਸੁਖ ਪਾਇਆ ਹੈ। ਹਉਮੈ ਸੰਗ ਕਰਨ ਸਭ ਕਰਮਾ। ਜਿਹੜੇ ਕਰਮ ਹਉਮੈ ਨਾਲ ਹੰਕਾਰ ਦੇ ਸਹਿਤ ਕੀਤੇ ਜਾਂਦੇ ਹਨ। ਜਪ ਤਪ ਬ੍ਰਤ ਆਦਿਕ ਜੇ ਧਰਮਾ। ਜਪ ਤਪ ਵਰਤ ਆਦਿਕ ਜਿੰਨੇ ਧਰਮ ਤੁਸੀਂ ਕਹੇ ਹਨ, ਸੋ ਕੀਟੀ ਮਗ ਜਾਨੋ ਐਸੇ। ਉਹ ਕੀੜੀ ਦਾ ਰਸਤਾ ਹੈ। ਉਹ ਕੀੜੀ ਹੌਲੇ ਹੌਲੇ ਟੁਰੇਗੀ, ਉਹਦੇ ਵਾਸਤੇ ਤਾਂ ਨਿਕਾ ਜਾ ਇੱਕ ਪਾਣੀ ਦਾ ਨਿਕਾ ਜਾਂ ਕੋਈ ਰਸਤੇ 'ਚ ਅੜਕਣ ਆ ਗਈ, ਉਹ ਤਾਂ ਰੁਕ ਜਾਏਗੀ। ਉਹਨੇ ਤਾਂ ਬਹੁਤ ਦੂਰ ਉਹਦੇ ਵਾਸਤੇ ਤਾਂ ਉਹ ਫਲ ਮੁਕਤੀ ਦਾ। ਪਰਨ ਸੁਨਾਵਤ ਹਾਂ ਤੁਝ ਜੈਸੇ। ਜਿਹੜਾ ਅਸੀਂ ਤੁਹਾਨੂੰ ਵਰਣਨ ਕਰਕੇ ਸੁਣਾਇਆ, ਇਹ ਦੋ ਰਾਹ ਤੁਹਾਨੂੰ ਦੱਸੇ ਨੇ, ਇੱਕ ਪੰਛੀ ਦਾ ਇੱਕ ਕੀੜੀ ਦਾ ਹੈ। ਕੇਤੇ ਜਨਮ ਕਰਮ ਸ਼ੁਭ ਕਰਹੀ। ਭਾਈ ਸਾਹਿਬ ਕਹਿੰਦੇ ਰਾਜਾ ਕਈ ਜਨਮ ਬੀਤ ਜਾਣ ਸ਼ੁਭ ਕਰਮ ਕਰਦਿਆਂ, ਅੰਤਹਿ ਕਰਨ ਮੈਲ ਪੁਨ ਹਰਹੀ। ਕਹਿੰਦੇ ਫੇਰ ਜਾ ਕੇ ਅੰਤਸ਼ਕਰਨ ਦੀ ਮੈਲ ਦੂਰ ਹੁੰਦੀ ਹੈ। ਮਿਲ ਹੈ ਗੁਰੂ ਤਬ ਦੇ ਉਪਦੇਸ਼ਾ। ਫਿਰ ਸਤਿਗੁਰੂ ਜੀ ਮਿਲਣ ਤੇ ਗੁਰੂ ਸਾਹਿਬ ਮਿਲ ਕੇ ਉਪਦੇਸ਼ ਦੇਣ। ਮੋਚਹਿ ਬੰਧਨ ਜਗਤ ਕਲੇਸ਼ਾ। ਫਿਰ ਜਨਮ ਮਰਨ ਦੇ ਬੰਧਨ ਤੋਂ ਮੁਕਤ ਹੋਈਦਾ ਜਦੋਂ ਸਤਿਗੁਰੂ ਜੀ ਗਿਆਨ ਸੰਪੰਨ ਉਪਦੇਸ਼ ਦਿੰਦੇ ਨੇ। ਅਸ ਪ੍ਰਕਾਰ ਪਹੁੰਚੈ ਤਹਿ ਜਾਈ। ਉਹ ਇਸ ਪ੍ਰਕਾਰ ਨਾਲ ਉੱਥੇ ਪਹੁੰਚ ਜਾਂਦਾ ਹੈ। ਫਲ ਰੂਪੀ ਜੋ ਮੁਕਤ ਸੁਨਾਈ। ਜਿਹੜੀ ਮੁਕਤੀ ਰੂਪੀ ਫਲ ਅਸੀਂ ਤੁਹਾਨੂੰ ਦੱਸਿਆ, ਉਹ ਗੁਰੂ ਦੇ ਉਪਦੇਸ਼ ਨਾਲ ਪੰਛੀ ਬਣ ਕੇ ਸਿੱਧਾ ਹੀ ਉਡਾਰੀ ਮਾਰ ਕੇ ਸਿੱਖ ਪਹੁੰਚ ਜਾਂਦਾ ਹੈ। ਤੋ ਇਸ ਕਰਕੇ ਰਾਜਾ ਸ਼ਿਵਨਾਭ ਇਹ ਗੱਲਾਂ ਆਪਣੇ ਹਿਰਦੇ 'ਚ ਵਸਾ ਲੈ। ਹਉ ਮੈਂ ਤਜਨੇ ਕੀ ਬਹੁ ਗਾਥਾ। ਫਿਰ ਭਾਈ ਮਨ ਸੁਖ ਜੀ ਨੇ ਹਉਮੈ ਛੱਡਣ ਦੀ ਕਥਾ ਕਹੀ ਕਿ ਹਉਮੈ ਨਹੀਂ ਰੱਖਣੀ ਰਾਜਾ, ਇਹ ਹਉਮੈ ਨੂੰ ਤਿਆਗਣਾ। ਉਚਰੀ ਮਨ ਸੁਖ ਨਿਰਪ ਕੇ ਸਾਥਾ। ਮਨ ਸੁਖ ਦੇ ਨਾਲ ਭਾਈ ਮਨ ਸੁਖ ਨੇ ਰਾਜੇ ਦੇ ਨਾਲ ਇਹ ਗੱਲਬਾਤ ਕੀਤੀ। ਕਹੀ ਸ਼ਾਹੋ ਕੀ ਬਾਨੀ ਜੋਈ। ਫਿਰ ਜਿਹੜੀ ਮਨ ਸੁਖ ਨੇ ਬਚਨ ਕਹੇ ਸਨ, ਸਗਰੋ ਮਰਮ ਭੇਦਗੀ ਸੋਈ। ਭਾਈ ਮਨ ਸੁਖ ਨੇ ਜਿਹੜੇ ਬਚਨ ਕਹੇ, ਕਹਿੰਦੇ ਜਿਵੇਂ ਕਿਸੇ ਨਿਸ਼ਾਨੇ ਨੂੰ ਕੋਈ ਤੀਰ ਬਿੰਨ ਜਾਂਦਾ ਨਾ, ਏਦਾਂ ਭਾਈ ਮਨ ਸੁਖ ਦੇ ਬਚਨਾਂ ਦਾ ਅਸਰ ਰਾਜੇ ਸ਼ਿਵਨਾਭ ਦੇ ਹਿਰਦੇ ਤੇ ਹੋਇਆ। ਉਹਦੇ ਹਿਰਦੇ ਨੂੰ ਵਿੰਨ ਗਏ ਬਚਨ ਭਾਈ ਸਾਹਿਬ ਦੇ। ਕਸੀ ਤੁਫੰਗ ਮਾਰੀਏ ਜੈਸੇ। ਜਿਵੇਂ ਭਰੀ ਹੋਈ ਬੰਦੂਕ ਨੂੰ ਮਾਰੀਏ ਨਾ, ਗੋਲੀ ਚਲਾਈਏ, ਭਰੀ ਹੋਵੇ ਬੰਦੂਕ ਤੇ ਉਹਨੂੰ ਕੱਸ ਕੇ ਉਹਨੂੰ ਗੋਲੀ ਕਰਕੇ ਮਾਰੀਏ, ਚਲਾਈਏ। ਕਾਇਲ ਭਇਓ ਪੁਆਲੂ ਤੈਸੇ। ਕਹਿੰਦੇ ਫਿਰ ਜਿਵੇਂ ਉਹ ਨਿਸ਼ਾਨੇ ਨੂੰ ਵਿੰਨ ਜਾਂਦੀ ਹੈ ਨਾ, ਭਰੀ ਹੋਈ ਬੰਦੂਕ ਚਲਾਈਏ ਤੇ ਉਹ ਨਿਸ਼ਾਨੇ ਨੂੰ ਵਿੰਨ ਦਿੰਦੀ ਹੈ, ਕਹਿੰਦੇ ਇਸੇ ਤਰ੍ਹਾਂ ਰਾਜੇ ਸ਼ਿਵਨਾਭ ਦਾ ਹਿਰਦਾ ਵਿੰਨਿਆ ਗਿਆ ਭਾਈ ਮਨ ਸੁਖ ਦੇ ਬਚਨ ਸੁਣ ਕੇ। ਹਾਂਜੀ, ਛੂਛੀ ਤੁਪਕ ਕਾਓ ਨਹਿ ਕਰਈ। ਜਿਹੜੀ ਖਾਲੀ ਬੰਦੂਕ ਹੁੰਦੀ ਆ ਨਾ, ਉਹਨੂੰ ਜਿੰਨਾ ਮਰਜ਼ੀ ਘੋੜਾ ਦੱਬੀ ਜਾਓ, ਉਹ ਨਹੀਂ ਕਿਸੇ ਤੇ ਅਸਰ ਕਰਦੀ। ਉਹ ਕਿਸੇ ਨੂੰ ਘਾਉ ਨਹੀਂ ਦਿੰਦੀ, ਜ਼ਖਮ ਨਹੀਂ ਦਿੰਦੀ। ਬਿਨਾ ਕਮਾਏ ਸੋ ਐਸ ਉਚਰਈ। ਇਸੇ ਤਰ੍ਹਾਂ ਜੇ ਕਮਾਈ ਕੀਤੇ ਬਿਨਾ ਬਚਨ ਕਹੀਏ ਨਾ, ਤੇ ਉਹ ਖਾਲੀ ਬੰਦੂਕ ਆ, ਜਿੰਨੀ ਮਰਜ਼ੀ ਚਲਾ ਲਓ, ਕੋਈ ਅਸਰ ਨਹੀਂ। ਪਰ ਜਿਹੜੇ ਮਹਾਂਪੁਰਸ਼ ਕਮਾਈ ਕਰਕੇ ਬਚਨ ਸੁਣਾਉਂਦੇ ਆ ਨਾ, ਉਹ ਇਸ ਤਰ੍ਹਾਂ ਨੇ ਜਿਵੇਂ ਭਰੀ ਹੋਈ ਬੰਦੂਕ ਦੀ ਗੋਲੀ ਮਾਰਨੀ, ਉਹਨੇ ਤਾਂ ਅਸਰ ਕਰਨਾ ਹੀ ਕਰਨਾ। ਜੇ ਕਮਾਈ ਤੋਂ ਬਿਨਾਂ ਬਚਨ ਕਰੀਏ ਤੇ ਕਮਾਈ ਤੋਂ ਕੀਤੇ ਬਿਨਾਂ ਕਮਾਈ ਤੋਂ ਕੀਤੇ ਬਚਨ ਕਿਸੇ ਤੇ ਕੋਈ ਅਸਰ ਨਹੀਂ ਕਰਦੇ। ਗੁਰੂ ਕੇ ਸਿੱਖ ਵਾਸਤੇ ਪਹਿਲਾਂ ਕਮਾਈ ਹੈ ਕਿ ਉਹ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾਵੇ, ਕਮਾ ਕੇ ਫਿਰ ਜਿਹੜਾ ਬਚਨ ਕਹੇਗਾ ਉਹ ਅਸਰ ਕਰੇਗਾ। ਜੇ ਆਪ ਨੇ ਕਮਾਈ ਕੀਤੀ ਤੇ ਫਿਰ ਗੱਲ ਨਹੀਂ ਬਣਨੀ। ਹਾਂਜੀ, ਗਾਡੀ ਭਰੀ ਚੱਲੈ ਜਿਹ ਥਾਈ। ਕਹਿੰਦੇ ਭਾਈ ਸੰਤੋਖ ਸਿੰਘ ਜੀ, ਕਹਿੰਦੇ ਜੇ ਗੱਡਾ ਭਰਿਆ ਹੋਵੇ ਨਾ, ਪੁਰਾਣੇ ਸਮੇਂ 'ਚ ਕੱਚੇ ਰਾਹ ਹੁੰਦੇ ਸੀ ਤੇ ਗੱਡੇ ਭਰ ਕੇ ਜਦੋਂ ਚੱਲਦੇ ਸੀ, ਉਹਨਾਂ ਦੇ ਜਿਹੜੇ ਚੱਕੇ ਹੁੰਦੇ ਸੀ ਉਹ ਲੱਕੜ ਦੇ ਹੁੰਦੇ ਸੀ, ਉਹ ਲੱਕੜ ਦੇ ਪਹੀਏ ਹੁੰਦੇ ਸਨ। ਜਦੋਂ ਉੱਤੇ ਵਜਨ ਪਾ ਕੇ ਉਹਨੂੰ ਚਲਾਉਂਦੇ ਸੀ ਤੇ ਉਹਦਾ ਜਿਹੜਾ ਪਹੀਆ ਹੁੰਦਾ ਸੀ ਉਹ ਮਿੱਟੀ ਦੇ ਵਿੱਚ ਧਸੀ ਜਾਂਦਾ ਸੀ ਨਾਲ ਨਾਲ। ਹਾਂਜੀ, ਤੋਰਤ ਤਰਨੀ ਕੋ ਸੋ ਜਾਈ। ਉਹ ਧਰਤੀ ਨੂੰ ਤੋੜਦਾ ਚਲਿਆ ਜਾਂਦਾ ਸੀ। ਜਿਹੜਾ ਉਹ ਪਹੀਆ ਹੁੰਦਾ ਸੀ ਨਾ ਗੱਡੇ ਦਾ, ਉਹ
ਮਿੱਟੀ ਦੇ ਵਿੱਚ ਖੁੱਬਦਾ ਚੱਲਿਆ ਜਾਂਦਾ ਜੇ ਉੱਤੇ ਵਜਨ ਲੱਦਿਆ ਹੁੰਦਾ ਸੀ। ਛੂਛੀ ਜਾਏ ਉਪਰੇ ਤੇ ਪੋਲੀ, ਜੇ ਉਹ ਗੱਡਾ ਖਾਲੀ ਹੋਵੇ ਤੇ ਉੱਪਰ ਉੱਪਰ ਹੀ ਲੰਘ ਜਾਂਦਾ ਸੀ, ਉਹ ਜ਼ਮੀਨ ਦੇ ਵਿੱਚ ਨਹੀਂ ਸੀ ਧੱਸਦਾ। ਹਾਂਜੀ, ਤਿਉ ਮਨ ਸੁਖ ਕੀ ਜਾਨੋ ਬੋਲੀ। ਕਹਿੰਦੇ ਇਸੇ ਤਰ੍ਹਾਂ ਜਿਹੜਾ ਭਾਈ ਮਨ ਸੁਖ ਬਚਨ ਕਰ ਰਹੇ ਨੇ ਨਾ, ਉਹ ਕਮਾਈ ਵਾਲੇ ਬਚਨ ਨੇ, ਉਹ ਆਪ ਕਮਾਏ ਆ ਉਹਨਾਂ ਨੇ। ਉਹ ਇਸ ਤਰ੍ਹਾਂ ਅਸਰ ਕਰ ਰਹੇ ਨੇ ਜਿਵੇਂ ਭਰਿਆ ਗੱਡਾ ਜ਼ਮੀਨ ਤੋਂ ਲੰਘਦਾ ਤੇ ਧੱਸ ਜਾਂਦਾ ਨਾ ਮਿੱਟੀ ਵਿੱਚ, ਉਹ ਇਸ ਤਰ੍ਹਾਂ ਦੇ ਬਚਨ ਨੇ ਭਾਈ ਮਨ ਸੁਖ ਦੇ। ਤੇ ਜੇ ਕੋਈ ਕਮਾਈ ਤੋਂ ਬਿਨਾਂ ਇਹ ਬਚਨ ਕਰੇ, ਉਹਦੇ ਕਹੇ ਹੋਏ ਬੋਲਾਂ ਦਾ ਕੋਈ ਅਸਰ ਨਹੀਂ ਹੁੰਦਾ, ਉਹਦਾ ਕੋਈ ਪ੍ਰਭਾਵ ਨਹੀਂ ਪੈਂਦਾ। ਗੁਰਮੁਖ ਮਨ ਸੁਖ ਕੀ ਸ਼ੁਭ ਬਾਣੀ, ਭਾਈ ਮਨ ਸੁਖ ਜੀ ਜੋ ਗੁਰਮੁਖ ਨੇ, ਉਹਨਾਂ ਦੀ ਇਹ ਪਵਿੱਤਰ ਬਾਣੀ ਹੈ। ਨੀਕੇ ਨਿਰਪਕੈ ਮਨ ਮੈਂ ਮਾਨੀ, ਉਹ ਰਾਜੇ ਸ਼ਿਵ ਨਾਭ ਨੇ ਚੰਗੀ ਤਰ੍ਹਾਂ ਆਪਣੇ ਮਨ ਚ ਮੰਨ ਲਈ, ਕਬੂਲ ਕਰ ਲਈ। ਸੁਨ ਬਚ ਹੋਵੈ ਸ਼ਿਵ ਨਾਭ ਅਚੰਭਾ, ਸੁਣ ਕੇ ਰਾਜਾ ਸ਼ਿਵ ਨਾਭ ਇੱਕਦਮ ਅਚੰਭਾ ਹੋ ਗਿਆ, ਹੈਰਾਨ ਹੋ ਗਿਆ। ਜਾਨੀ ਮਨ ਇਹ ਕਹਿਤ ਅਦੰਭਾ, ਜਾਣ ਗਿਆ ਕਿ ਜਿਹੜੇ ਬਚਨ ਭਾਈ ਸਾਹਿਬ ਨੇ ਕਹੇ ਨੇ ਇਹ ਬਿਲਕੁਲ ਦਰੁਸਤ ਤੇ ਦੰਭ ਤੋਂ ਰਹਿਤ ਹਨ। ਇਸ ਕੋ ਮਿਲਿਓ ਗੁਰੂ ਕੋ ਪੂਰਾ, ਸਮਝ ਗਿਆ ਕਿ ਇਹਨੂੰ ਕੋਈ ਪੂਰਾ ਵਲੀ ਗੁਰੂ ਮਿਲਿਆ। ਫਲ ਨੂੰ ਵੇਖ ਕੇ ਦਰਖਤ ਦਾ ਅੰਦਾਜ਼ਾ ਲੱਗਦਾ, ਕਹਿੰਦਾ ਜਾਪਦਾ ਇਹਨੂੰ ਕੋਈ ਪੂਰਨ ਵਲੀ ਗੁਰੂ ਮਿਲਿਆ ਹੋਇਆ ਹੈ। ਪਾਇਓ ਗਿਆਨ ਕੀਓ ਪ੍ਰਮ ਦੂਰਾ, ਇਹਨੇ ਗਿਆਨ ਪ੍ਰਾਪਤ ਕਰ ਲਿਆ ਔਰ ਇਹਦੇ ਅੰਦਰੋਂ ਭਰਮ ਦੂਰ ਹੋ ਗਿਆ। ਅਸ ਵਿਚਾਰ ਕਰ ਬੋਲਿਓ ਬਾਣੀ, ਇਸ ਤਰ੍ਹਾਂ ਦੀ ਵਿਚਾਰ ਕਰਕੇ ਬੋਲਿਆ ਰਾਜਾ ਸ਼ਿਵਨਾਭ। ਕਹਿਣ ਲੱਗਾ, ਧਨ ਸ਼ਾਹੋ ਸੁਮਤੇ ਗੁਣ ਖਾਨੀ, ਕਹਿਣ ਲੱਗਾ ਹੇ ਸ਼ਾਹ ਜੀ ਤੁਸੀਂ ਧਨ ਹੋ, ਹੇ ਸ਼ਾਹ ਜੀ ਤੁਸੀਂ ਧਨ ਹੋ, ਸ੍ਰੇਸ਼ਟ ਮਤਾਂ ਨੂੰ ਧਾਰਨ ਕਰਨ ਵਾਲੇ ਗੁਣਾਂ ਦੀ ਖਾਨ ਹੋ। ਕੌਣ ਗੁਰੂ ਤਵ ਨਾਮ ਅਲਾਵ ਹੋ, ਦੱਸੋ ਕਾ ਸ਼ਾਹ ਜੀ ਤੁਹਾਡਾ ਗੁਰੂ ਕੌਣ ਹੈ, ਉਹਨਾਂ ਨਾਮ ਵੀ ਮੈਨੂੰ ਦੱਸੋ। ਤਿਨ ਕੀ ਬਾਣੀ ਬਹਰ ਸੁਣਾਵੋ, ਫਿਰ ਮੈਨੂੰ ਉਹਨਾਂ ਦੀ ਬਾਣੀ ਸੁਣਾਓ ਜਿਹੜੇ ਤੁਹਾਡੇ ਗੁਰੂ ਨੇ ਉਚਾਰਨ ਕੀਤੀ ਹੈ। ਜਿਹ ਕੈ ਨਿਕਟ ਵਿਵੇਕ ਕਹਿ ਪਾਵਾ, ਜਿਨ੍ਹਾਂ ਕੋਲੋਂ ਤੁਸੀਂ ਇਹ ਵਿਵੇਕ ਪ੍ਰਾਪਤ ਕੀਤਾ ਹੈ, ਇਹ ਗਿਆਨ ਪ੍ਰਾਪਤ ਕੀਤਾ ਹੈ। ਕੋ ਅਸ ਕਲ ਮਹਿ ਜਗ ਪ੍ਰਗਟਾਵਾ, ਉਹ ਕੌਣ ਹੈ ਐਸਾ ਕਲੀ ਕਾਲ ਦੇ ਵਿੱਚ ਜਿਹੜਾ ਪ੍ਰਗਟ ਹੋਇਆ ਹੈ। ਸੁਨ ਨਰੇਸ਼ ਕੇ ਮਨ ਸੁਖ ਬੈਨਾ, ਭਾਈ ਮਨ ਸੁਖ ਜੀ ਨੇ ਜਦੋਂ ਰਾਜੇ ਦੇ ਇਹ ਬਚਨ ਸੁਣੇ, ਕਹਿਓ ਨਾਮ ਸ੍ਰੀ ਗੁਰ ਗੁਣ ਐਨਾ, ਭਾਈ ਮਨ ਸੁਖ ਜੀ ਨੇ ਗੁਣਾਂ ਦੀ ਖਾਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਸੁਣਾਇਆ। ਸ੍ਰੀ ਨਾਨਕ ਸਭ ਪਾਤਿਕ ਹਾਰੀ, ਆਖਿਆ ਹੇ ਰਾਜਾ ਸ਼ਿਵਨਾਭ ਸੁਣ, ਮੇਰੇ ਗੁਰੂ ਦਾ ਨਾਮ ਕੀ ਹੈ। ਮੇਰੇ ਸਤਿਗੁਰੂ ਜੀ ਦਾ ਨਾਮ ਹੈ ਧੰਨ 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 ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿ ਸ੍ਰੀ ਅਕਾਲ। ਜਿਹੜੇ ਸਾਰੇ ਪਾਤਕਾਂ ਨੂੰ, ਸਾਰਿਆਂ ਪਾਪਾਂ ਨੂੰ ਨਾਸ਼ ਕਰ ਦਿੰਦੇ ਐ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਮ ਹੀ ਐਸਾ ਹੈ, ਹੇ ਰਾਜਾ ਜਿਹੜਾ ਉਹਨਾਂ ਦਾ ਨਾਮ ਲੈਂਦਾ ਉਹਨਾਂ ਦੇ ਸਾਰੇ ਪਾਪ ਹਰੇ ਜਾਂਦੇ ਹਨ। ਅਸ ਕਹਿ ਪ੍ਰੇਮ ਵੱਡਿਓ ਔਰ ਭਾਰੀ, ਏਦਾਂ ਕਹਿ ਕੇ ਭਾਈ ਮਨ ਸੁਖ ਦੇ ਹਿਰਦੇ 'ਚ ਸਤਿਗੁਰਾਂ ਦਾ ਪ੍ਰੇਮ ਵਧਿਆ। ਗਦ ਗਦ ਬਾਣੀ ਪੁੱਲ ਕੇ ਅੰਗਾ, ਜਦੋਂ ਆਖਿਆ ਨਾ ਮੇਰੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਹਨ, ਇਹ ਕਹਿੰਦਿਆਂ ਭਾਈ ਮਨ ਸੁਖ ਦਾ ਗਲਾ ਰੁਕ ਗਿਆ, ਕੰਠ ਰੁਕ ਗਿਆ, ਨੇਤਰ ਸਜਲ ਹੋ ਗਏ। ਲੋਚਨ ਛਾਵਾ ਨੀਰ ਉਮੰਗਾ, ਪ੍ਰੇਮ ਨਾਲ ਮਹਾਰਾਜ ਜੀ ਦੇ ਸਤਿਗੁਰਾਂ ਦੇ ਪ੍ਰੇਮ ਨਾਲ ਨੇਤਰਾਂ 'ਚ ਜਲ ਦੀ ਤਤੀਰੀ ਵਹਿ ਟੁਰੀ, ਨੇਤਰਾਂ ਵਿੱਚੋਂ ਅਸ਼ਰੂ ਧਾਰਾ ਵਹਿ ਤੁਰੀ। ਕੇਤਿਕ ਕਾਲ ਮਹਿ ਧਰ ਕਰ ਧੀਰਾ, ਕੁਝ ਸਮੇਂ ਬਾਅਦ ਬੋਲ ਨਹੀਂ ਸਕੇ, ਸਤਿਗੁਰੂ ਜੀ ਦਾ ਨਾਮ ਲੈ ਕੇ ਹੀ ਇਹੋ ਜਿਹਾ ਪ੍ਰੇਮ ਹਿਰਦੇ ਚੁੰਮ ਗਿਆ ਕਿ ਨੇਤਰ ਸਜਲ, ਕੰਠ ਰੁਕ ਗਿਆ। ਫਿਰ ਕੁਝ ਸਮੇਂ ਬਾਅਦ ਹੌਸਲਾ ਜਿਹਾ ਕਰਕੇ, ਧੀਰਜ ਕਰਕੇ ਭਾਈ ਮਨ ਸੁਖ ਜੀ ਬੋਲੇ, ਗੁਰਬਾਣੀ ਪੜ ਗੁਨੀ ਗਹੀਰਾ। ਫਿਰ ਸਤਿਗੁਰਾਂ ਦੀ ਬਾਣੀ ਪੜਨ ਲੱਗੇ, ਕਿਉਂਕਿ ਜਦੋਂ ਭਾਈ ਸਾਹਿਬ ਗਏ ਨੇ ਨਾ ਸੁਲਤਾਨਪੁਰ ਸਾਹਿਬ ਤੋਂ ਆਗਿਆ ਲੈ ਕੇ, ਜਾਣ ਵੇਲੇ ਉਹਨਾਂ ਸਤਿਗੁਰਾਂ ਦੇ ਕੋਲੋਂ ਸ਼ਬਦ ਲਿਖੇ ਗੁਰਬਾਣੀ ਦੇ, ਤੇ ਉਹ ਸ਼ਬਦਾਂ ਦੀ ਪੋਥੀ ਬਣਾ ਕੇ ਲੈ ਗਏ ਨਾਲ, ਰੋਜ਼ ਉਹਦਾ ਨਿਤਨੇਮ ਕਰਦੇ ਸੀ। ਤੋ ਜਦੋਂ ਰਾਜੇ ਸ਼ਿਵਨਾਭ ਨੇ ਕਿਹਾ ਨਾ ਮੈਨੂੰ ਬਾਣੀ ਸੁਣਾਓ ਤੁਹਾਡੇ ਗੁਰੂ ਦੀ,
ਤਾਂ ਫਿਰ ਭਾਈ ਮਨਸੁਖ ਜੀ ਨੇ ਗੁਰਬਾਣੀ ਸੁਣਾਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਅੰਮ੍ਰਿਤ ਬਚਨ ਸਨ ਉਹ ਸੁਣਾਏ। ਪਰਮ ਪ੍ਰੇਮ ਭੂਪਤ ਉਪਜਾਵਾ, ਰਾਜੇ ਦੇ ਮਨ ਵਿੱਚ ਵੀ ਪਰਮ ਪ੍ਰੇਮ ਉਪਜਾਇਆ। ਖਾਲਸਾ ਜੀ, ਇੱਕ ਮਹਾਂਪੁਰਸ਼ ਵਿੱਚ ਇਹੀ ਕਲਾ ਹੁੰਦੀ ਹੈ, ਜਿਹੜਾ ਉਹਦੀ ਸੰਗਤ ਕਰਦਾ ਉਹਨੂੰ ਆਪਣੇ ਵਰਗਾ ਕਰ ਲੈਂਦਾ ਹੈ, ਉਹਨੂੰ ਆਪਣੇ ਵਰਗਾ ਬਣਾ ਲੈਂਦਾ ਹੈ। ਦਰਸ਼ਨ ਕਰਨ ਹੇਤ ਉਮਗਾਵਾ, ਰਾਜੇ ਸ਼ਿਵਨਾਭ ਦੇ ਮਨ 'ਚ ਇੰਨਾ ਪ੍ਰੇਮ ਜਾਗਿਆ ਕਿ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਉਮਗ ਜਾਗੀ। ਸੁਨ ਸ਼੍ਰੀ ਗੁਰ ਕੇ ਬਚਨ ਅਨੂਪਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਗੁਰਬਾਣੀ ਸੁਣੀ। ਮਨ ਸੁਖ ਸੋ ਬੋਲਿਓ ਤਬ ਭੂਪਾ, ਰਾਜਾ ਬੋਲਿਆ, ਭਾਈ ਮਨਸੁਖ ਨੂੰ ਕਹਿਣ ਲੱਗਾ, ਮੁਝ ਕੋ ਦਰਸ਼ਨ ਦੇਹੋ ਕਰਾਈ। ਕਹਿਣ ਲੱਗਾ, ਹੇ ਸ਼ਾਹ, ਹੇ ਭਾਈ ਮਨਸੁਖ, ਮੈਨੂੰ ਵੀ ਆਪਣੇ ਸਾਹਿਬ ਦੇ ਦਰਸ਼ਨ ਕਰਾ, ਮੈਨੂੰ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਓ। ਕਰ ਉਪਕਾਰ ਦੀਨ ਕੀ ਨਿਆਈ, ਮੈਂ ਦੀਨ ਹਾਂ, ਨਿਮਾਣਾ ਹਾਂ, ਮੇਰੇ ਤੇ ਪਰ ਉਪਕਾਰ ਕਰ ਦਿਓ। ਜਿਸ ਪ੍ਰਕਾਰ ਸ਼੍ਰੀ ਨਾਨਕ ਪੂਰਨ, ਜਿਸ ਪ੍ਰਕਾਰ ਪੂਰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਿਲ ਹੈ ਉਪਾਏ ਕਰਹੁ ਸੋ ਤੂਰਨ। ਦੱਸ ਮੈਂ ਕੀ ਉਪਾਅ ਕਰਾਂ ਕਿ ਉਹ ਮੈਨੂੰ ਮਿਲ ਪੈਣ। ਕਵਨੋ ਮੈਂ ਅਬ ਤੁਮਰੇ ਸੰਗਾ, ਇਹ ਭਾਈ ਮਨਸੁਖ, ਮੈਂ ਹੁਣ ਤੇਰੇ ਨਾਲ ਹੀ ਚੱਲਾਂਗਾ। ਤਜ ਕਰ ਦੇਸ਼ ਰਾਜ ਸਰਬੰਗਾ, ਮੈਂ ਇਹ ਸਾਰਾ ਦੇਸ਼, ਇਹ ਸਾਰਾ ਰਾਜ, ਸਭ ਕੁਝ ਛੱਡ ਕੇ ਤੇਰੇ ਨਾਲ ਚੱਲਾਂਗਾ। ਕਰ ਕੈ ਦਰਸ਼ਨ ਪਰਮ ਮਿਟਾਵੋ, ਔਰ ਉਹਨਾਂ ਦੇ ਦਰਸ਼ਨ ਕਰਕੇ ਮੈਂ ਆਪਣਾ ਭਰਮ ਦੂਰ ਕਰਾਂਗਾ, ਆਪਣਾ ਭਰਮ ਮਿਟਾਵਾਂਗਾ। ਲੈ ਉਪਦੇਸ਼ ਪਰਮ ਪਦ ਪਾਵੋ, ਔਰ ਉਹਨਾਂ ਪਾਸੋਂ ਉਪਦੇਸ਼ ਲੈ ਕੇ ਪਰਮ ਪਦਵੀ ਪ੍ਰਾਪਤ ਕਰਾਂਗਾ। ਜਿਨ ਕੇ ਬਚਨ ਚੁਬੇ ਮਨ ਮੇਰੇ, ਜਿਨ੍ਹਾਂ ਦੇ ਅੰਮ੍ਰਿਤ ਬਚਨ ਮੇਰੇ ਹਿਰਦੇ ਨੂੰ ਵਿੰਨ ਗਏ ਹਨ। ਸ਼ਾਂਤ ਨ ਆਵਤ ਬਿਨ ਅਬ ਹੇਰੇ, ਹੁਣ ਮੈਨੂੰ ਉਦੋਂ ਤਾਈਂ ਸ਼ਾਂਤੀ ਨਹੀਂ ਜੇ ਮਿਲਣੀ ਜਦੋਂ ਤੱਕ ਮੈਂ ਉਹਨਾਂ ਦੇ ਦਰਸ਼ਨ ਨਹੀਂ ਕਰ ਲੈਂਦਾ। ਬਨਜ ਨਿਕਟ ਹੈ ਤੁਮਰੇ ਜੇਤੋ, ਤੇਰੇ ਕੋਲ ਜਿੰਨਾ ਤੂੰ ਵਪਾਰ ਦਾ ਸਮਾਨ ਲਿਆਇਆ, ਵਪਾਰ ਕਰਨ ਆਇਆ ਨਾ, ਵੇਚਣ ਆਇਆ ਸਮਾਨ, ਜਿੰਨਾ ਵੀ ਲੈ ਕੇ ਆਇਆ, ਸੌਦਾ ਕਰੋ ਸਦਨ ਮਮ ਤੇ ਤੋ, ਉਹਦੇ ਪੈਸੇ ਮੇਰੇ ਕੋਲੋਂ ਲੈ ਲੈ, ਮੈਂ ਖਰੀਦ ਲੈਣਾ, ਤੂੰ ਛੇਤੀ ਨਿਬੇੜ ਇਸ ਕੰਮ ਨੂੰ। ਜਿੰਨਾ ਸੌਦਾ ਲਿਆਇਆ ਉਹ ਲਿਆ ਇੱਥੇ, ਉਹ ਮੈਂ ਆਪਣੇ ਘਰ ਖਰੀਦ ਲੈਣਾ। ਗਮਨੋ ਪੁਨਨੈ ਬਿਲਮ ਲਗਾਵੋ, ਤੇ ਚੱਲ ਆਪਾਂ ਚੱਲੀਏ ਛੇਤੀ, ਦੇਰੀ ਨਾ ਕਰ, ਮੈਨੂੰ ਸਾਹਿਬ ਦੇ ਦਰਸ਼ਨ ਕਰਾ। ਜਹ ਸ਼੍ਰੀ ਨਾਨਕ ਤਹਾਂ ਪੁਚਾਵੋ, ਮੈਨੂੰ ਉੱਥੇ ਲੈ ਚੱਲੋ ਜਿੱਥੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਹਨ। ਜਗਿਓ ਪ੍ਰੇਮ ਭੂਪਤ ਵੱਡ ਭਾਗੀ, ਵੱਡਿਆਂ ਭਾਗਾਂ ਵਾਲੇ ਰਾਜੇ ਸ਼ਿਵਨਾਭ ਦੇ ਅੰਦਰ ਪ੍ਰੇਮ ਜਾਗ ਪਿਆ। ਬਿਖ ਮਨ ਸੁਖ ਬੋਲਿਓ ਅਨੁਰਾਗੀ, ਭਾਈ ਮਨਸੁਖ ਨੇ ਵੇਖਿਆ ਕਿ ਇਹਦੇ ਅੰਦਰ ਪ੍ਰੇਮ ਜਾਗਿਆ। ਆਸ ਪ੍ਰਕਾਰ ਨੈ ਕਰੋ ਰਜਾਨਾ, ਕਹਿਣ ਲੱਗੇ, ਹੇ ਰਾਜਾ, ਇਸ ਤਰ੍ਹਾਂ ਨਹੀਂ ਕਰੀਦਾ। ਤਜ ਕਰ ਦੇਸ਼ ਨ ਬਿਨੈ ਪਿਆਨਾ, ਤੂੰ ਆਪਣਾ ਦੇਸ਼ ਛੱਡ ਕੇ, ਰਾਜ ਛੱਡ ਕੇ ਨਾ ਜਾਈਂ। ਜੇ ਤੁਮ ਚਲੋ ਸੰਗ ਤਿਹ ਦੇਸ਼ਾ, ਜੇ ਤੂੰ ਮੇਰੇ ਨਾਲ ਚੱਲੇਗਾ ਉਸ ਦੇਸ਼ ਵਿੱਚ, ਬਹੁ ਦਿਨ ਮੈਂ ਦਰਸੈ ਜਗਤੇਸ਼ਾ। ਪਤਾ ਨਹੀਂ ਰਾਹ 'ਚ ਕਿੰਨੇ ਦਿਨ ਲੱਗਣ, ਕਿੰਨੇ ਦਿਨਾਂ ਤਾਈਂ ਉੱਥੇ ਪਹੁੰਚੀਏ, ਬੜੇ ਦਿਨ ਲੱਗ ਜਾਣਗੇ। ਇਹਾਂ ਪ੍ਰੇਮ ਕਰ ਚਿਤ ਵਹਿ ਮਨ ਮੈਂ, ਤੇ ਜੇ ਤੂੰ ਇੱਥੇ ਬੈਠਿਆ ਪ੍ਰੇਮ ਨਾਲ ਉਹਨਾਂ ਨੂੰ ਯਾਦ ਕਰੇ, ਉਹਨਾਂ ਨੂੰ ਧਿਆਵੇਂ, ਦਰਸ਼ਨ ਦੇਖੈ ਥੋਰਨ ਦਿਨ ਮੈਂ, ਤੇ ਉਹ ਛੇਤੀ ਆ ਜਾਣਗੇ, ਥੋੜੇ ਦਿਨਾਂ 'ਚ ਆ ਜਾਣਗੇ ਤੇਰੇ ਕੋਲ। ਤੂੰ ਆਪ ਜਾਵੇਂਗਾ, ਸਮਾਂ ਲੱਗੇਗਾ, ਪਰ ਇੱਥੇ ਬੈਠਿਆ ਪ੍ਰੇਮ ਨਾਲ ਰਾਧੇਗਾ ਤੇ ਤੇਰਾ ਪ੍ਰੇਮ ਵੇਖ ਕੇ ਉਹ ਛੇਤੀ ਆ ਜਾਣਗੇ। ਸ਼੍ਰੀ ਨਾਨਕ ਜੀ ਅੰਤਰ ਜਾਮੀ, ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅੰਤਰ ਜਾਮੀ ਨੇ, ਦਿਲਾਂ ਦੀਆਂ ਜਾਣਦੇ ਨੇ। ਸਰਬ ਥਾਨ ਗਿਆਤਾ ਜਗ ਸੁਆਮੀ, ਉਹ ਸਰਬ ਥਾਵਾਂ ਦੇ ਗਿਆਤਾ ਨੇ, ਜਾਣੀ ਜਾਣਦੇ ਸੁਆਮੀ ਨੇ। ਪੂਰਨ ਪ੍ਰੇਮ ਦੇਖ ਕਰ ਤੇਰਾ, ਤੇਰੇ ਅੰਦਰ ਦਾ ਪੂਰਨ ਪ੍ਰੇਮ ਵੇਖ ਕੇ ਦਰਸ਼ਨ ਦੇਹ ਆਏ ਬਿਨ ਦੇਰਾ। ਰਾਜਨ, ਉਹ ਆਉਣਗੇ ਬਿਨਾਂ ਦੇਰੀ ਤੋਂ, ਆ ਕੇ ਦਰਸ਼ਨ ਦੇਣਗੇ। ਕਹਿਤ ਨਿਰਪਤ ਪਰਖੋ ਕਿਸ ਭਾਂਤੀ, ਰਾਜਾ ਸ਼ਿਵਨਾਭ ਬੋਲਿਆ, ਕਹਿਣ ਲੱਗਾ, ਮਹਾਰਾਜ ਭਾਈ ਮਨਸੁਖ ਜੀ, ਇਹ ਦੱਸੋ ਮੈਂ ਉਹਨਾਂ ਨੂੰ ਪਛਾਣਾਂਗਾ ਕਿਵੇਂ, ਪਰਖਾਂਗਾ ਕਿਵੇਂ? ਮੁਝੇ ਬਤਾਵੋ ਗੋਤ ਸੋ ਜਾਤੀ, ਮੈਨੂੰ ਦੱਸ ਦਿਓ ਉਹਨਾਂ ਦੇ ਨਾਮ ਬਾਰੇ, ਗੋਤ ਬਾਰੇ। ਕਿਸ ਪ੍ਰਕਾਰ ਕੋ ਬੇਖ ਸ਼ਰੀਰਾ, ਉਹਨਾਂ ਦਾ ਸਵਰੂਪ ਕਿਹੋ ਜਿਹਾ ਹੈ, ਉਹਨਾਂ ਦਾ ਭੇਖ ਕਿਹੋ ਜਿਹਾ,
ਕਿਸ ਤਰ੍ਹਾਂ ਦਾ ਸਵਰੂਪ ਹੈ। ਕੌਣ ਨਗਰ ਰਹਿ ਗੁਨੀ ਗਹੀਰਾ, ਕਿਹੜਾ ਨਗਰ ਹੈ ਉਹਨਾਂ ਦਾ, ਕਿਸ ਨਗਰ ਦੇ ਵਾਸੀ ਨੇ। ਸੁਨ ਮਨ ਸੁਖ ਨੈ ਬਚਨ ਉਚਾਰਾ, ਸੁਣ ਕੇ ਭਾਈ ਮਨ ਸੁਖ ਜੀ ਬੋਲੇ। ਤਿਨ ਕੋ ਪਰਖਨ ਦੁਸ਼ਤਰ ਪਹਾਰਾ, ਕਹਿਣ ਲੱਗੇ ਉਹਨਾਂ ਨੂੰ ਪਰਖਣਾ ਬੜਾ ਔਖਾ ਜੇ, ਉਹਨਾਂ ਨੂੰ ਪਰਖਣਾ ਹੇ ਰਾਜਾ ਬੜਾ ਔਖਾ ਹੈ। ਬੇਦੀ ਬੰਸ ਖੱਤਰੀ ਜਾਤੀ, ਹਾਂ ਜੇ ਸੰਸਾਰੀ ਤੌਰ ਤੇ ਵੇਖੇ ਤੇ ਵੇਦੀ ਹਨ ਉਹ ਖੱਤਰੀ, ਉਹਨਾਂ ਦਾ ਵੰਸ਼ ਹੈ। ਜਨਮਪੁਰੀ ਤਲਵੰਡੀ ਖਿਆਤੀ, ਔਰ ਉਹਨਾਂ ਦੇ ਸਰੀਰ ਦਾ ਜਨਮ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਹੋਇਆ ਹੈ। ਕ੍ਰਿਤ ਕਰੀ ਕਛਪੁਰ ਸੁਲਤਾਨਾ, ਕੁਝ ਸਮਾਂ ਉਹਨਾਂ ਨੇ ਮੋਦੀ ਖਾਨੇ ਦਾ ਕੰਮ ਕੀਤਾ ਸੁਲਤਾਨਪੁਰ ਸਾਹਿਬ। ਅਬ ਤਜ ਦੀਨੋ ਮੋਦੀ ਖਾਨਾ, ਹੁਣ ਉਹਨਾਂ ਨੇ ਉਹ ਮੋਦੀ ਖਾਨਾ ਵੀ ਛੱਡ ਦਿੱਤਾ ਹੈ। ਵੇਖ ਅਤੀਤਨ ਕਾ ਕਰ ਬੈਸੇ, ਉਹ ਅਤੀਤ ਭੇਖ ਧਾਰਨ ਕਰਕੇ ਬੈਠੇ ਨੇ। ਸਾਂਗ ਕਰਤ ਮਾਇਕ ਨਰ ਜੈਸੇ, ਜਿਵੇਂ ਕੋਈ ਮਾਇਆ ਵੀ ਨਰ ਸਾਂਗ ਕਰਦਾ ਨਾ, ਏਦਾਂ ਦਾ ਸਾਂਗ ਕਰਦੇ ਨੇ, ਕੌਤਕ ਕਰਦੇ ਨੇ। ਇਹ ਸਭ ਪਤੇ ਲੀਨ ਲਿਖ ਭੂਪਾ, ਰਾਜੇ ਨੇ ਸਾਰਾ ਕੁਝ ਲਿਖ ਲਿਆ ਆਪਣੇ ਕਾਗਜ਼ ਤੇ। ਜਿਹੇ ਉਰ ਜਾਗਿਓ ਪ੍ਰੇਮ ਅਨੂਪਾ, ਜਿਹਦੇ ਹਿਰਦੇ 'ਚ ਸਤਿਗੁਰਾਂ ਦਾ ਪਰਮ ਪ੍ਰੇਮ ਜਾਗਿਆ ਹੋਇਆ ਹੈ। ਮਨ ਸੁਖ ਕੋ ਬੂਜੀ ਗੁਣ ਖਾਨੀ, ਫਿਰ ਭਾਈ ਮਨ ਸੁਖ ਜੀ ਨੂੰ ਪੁੱਛਿਆ, ਲਿਖੀ ਮਨੋਹਰ ਸ਼੍ਰੀ ਗੁਰਬਾਣੀ, ਆਖਿਆ ਜਿਹੜੀ ਬਾਣੀ ਤੁਸੀਂ ਪੜ੍ਹਦੇ ਹੋ ਮਨ ਸੁਖ ਜੀ ਮੈਨੂੰ ਵੀ ਲਿਖਾ ਦਿਓ। ਰਾਜੇ ਸ਼ਿਵਨਾਭ ਨੇ ਵੀ ਉਹ ਸ਼ਬਦ ਆਪਣੇ ਕੋਲ ਲਿਖ ਲਏ। ਰਹਿਓ ਜੀਤੇ ਦਿਨ ਨਗਰ ਮਝਾਰਾ, ਜਿੰਨੇ ਦਿਨ ਭਾਈ ਮਨ ਸੁਖ ਜੀ ਸਿੰਗਲਾ ਦੀਪ ਰਹੇ, ਨਿਤ ਨਰੇਸ਼ ਕਹਿ ਜਾਏ ਅਗਾਰਾ, ਰੋਜ਼ ਰਾਜੇ ਨੂੰ ਜਾ ਕੇ ਮਿਲਦੇ, ਰੋਜ਼ ਚਰਚਾ ਹੁੰਦੀ, ਰੋਜ਼ ਗੁਰੂ ਨਾਨਕ ਸਾਹਿਬ ਦੀਆਂ ਬਾਤਾਂ ਹੁੰਦੀਆਂ, ਰੋਜ਼ ਗੁਰੂ ਨਾਨਕ ਸਾਹਿਬ ਦੀ ਕਥਾ ਹੁੰਦੀ। ਮਹਿਮਾ ਸ਼੍ਰੀ ਨਾਨਕ ਕੀ ਭਾਖੈ, ਭਾਈ ਮਨ ਸੁਖ ਜੀ ਗੁਰੂ ਸਾਹਿਬ ਦੀ ਮਹਿਮਾ ਸੁਣਾਉਂਦੇ, ਰਾਜਾ ਸ਼ਿਵਨਾਭ ਸੁਣਦਾ। ਤਿਉ ਤਿਉ ਨਿਰਪਕੋ ਮਨ ਅਭਿਲਾਖੈ, ਜਿਵੇਂ ਜਿਵੇਂ ਸਤਿਗੁਰਾਂ ਦੀ ਮਹਿਮਾ ਸੁਣਦਾ ਰਾਜਾ, ਤਿਵੇਂ ਤਿਵੇਂ ਦੇ ਮਨ 'ਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਹੋਰ ਅਭਿਲਾਖਾ ਜਾਗਦੀ ਹੈ। ਜਬ ਨਿਜ ਬਨਜ ਸਰਬ ਕਰ ਲੀਨਾ, ਇਧਰ ਭਾਈ ਮਨ ਸੁਖ ਨੇ ਜਦੋਂ ਸਾਰਾ ਵਪਾਰ ਕਰ ਲਿਆ, ਸਾਹਮਣਿਓ ਨਿਕਟ ਭੂਪ ਪਰ ਬੀਨਾ, ਫਿਰ ਜਾਣ ਤੋਂ ਪਹਿਲਾਂ ਰਾਜੇ ਸ਼ਿਵਨਾਭ ਨੂੰ ਭਾਈ ਮਨ ਸੁਖ ਜੀ ਮਿਲਣ ਗਏ। ਬੰਦ ਹੱਥ ਕਹਿੰਦੇ ਹੋ ਨਿਦੇਸ਼ਾ, ਭਾਈ ਮਨ ਸੁਖ ਨੇ ਹੱਥ ਜੋੜੇ ਆਖਿਆ, ਹੇ ਰਾਜਾ ਸ਼ਿਵਨਾਭ ਹੁਣ ਮੈਨੂੰ ਆਗਿਆ ਦਿਓ। ਚੱਲਿਓ ਚਹਿਤ ਹੋ ਅਬ ਨਿਜ ਦੇਸ਼ਾ, ਮੈਂ ਆਪਣੇ ਦੇਸ਼ ਵਾਪਸ ਪਰਤਣ ਲੱਗਾ ਹਾਂ। ਸੁਨ ਭੂਪਤ ਨੈ ਕੀਨ ਸਨੇਹਾ, ਸੁਣ ਕੇ ਰਾਜੇ ਸ਼ਿਵਨਾਭ ਨੇ ਬੜਾ ਹੀ ਸਨੇਹ ਕੀਤਾ, ਬੜਾ ਹੀ ਪ੍ਰੇਮ ਕੀਤਾ। ਜੈਸੇ ਕਰੈ ਜੀਵ ਸੰਗ ਦੇਹਾ, ਜਿਵੇਂ ਜੀਵ ਤੇ ਇਸ ਦੇਹ ਦਾ ਸੰਗ ਪ੍ਰੇਮ ਹੁੰਦਾ ਨਾ, ਏਦਾਂ ਨੇ ਕੀਤਾ ਰਾਜੇ ਸ਼ਿਵਨਾਭ ਨੇ। ਕਹਿਤ ਪਇਓ ਉਪਕਾਰ ਸੋ ਤੇਰੋ, ਕਹਿਣ ਲੱਗਾ, ਹੇ ਭਾਈ ਮਨ ਸੁਖ ਤੇਰਾ ਇਹ ਬੜਾ ਵੱਡਾ ਉਪਕਾਰ ਹੈ ਮੇਰੇ ਤੇ, ਜੇ ਕਿਰਥਾਰਥ ਹੋਵੇ ਤਨ ਮੇਰੋ, ਜਿਹਦੇ ਨਾਲ ਮੇਰਾ ਇਹ ਤਨ ਕਿਰਤਾਰਥ ਹੋ ਜਾਵੇਗਾ। ਕਹਿ ਨਾ ਸਕੋ ਮੈਂ ਤੋਰ ਵਡਾਈ, ਮੈਂ ਤੇਰੀ ਵਡਿਆਈ ਕਹਿ ਨਹੀਂ ਸਕਦਾ। ਜਬੈ ਕਿਰਪਾਲ ਮੁਝੈ ਮੁਝ ਤਾਈ, ਹਾਂ ਜਦੋਂ ਮੇਰੇ ਸਾਹਿਬ ਜੀ ਆ ਕੇ ਮੈਨੂੰ ਮਿਲਣਗੇ ਨਾ, ਹੇ ਭਾਈ ਮਨ ਸੁਖ ਸਤਿਗੁਰਾਂ ਨੂੰ ਮਿਲਣ ਵੇਲੇ ਮੈਂ ਪਹਿਲਾਂ ਤੇਰਾ ਸ਼ੁਕਰਗੁਜ਼ਾਰ ਹੋਵਾਂਗਾ, ਤੇਰਾ ਧੰਨਵਾਦ ਕਰਾਂਗਾ ਕਿ ਤੇਰੇ ਕਰਕੇ ਮੈਨੂੰ ਐਸੇ ਦੀਨ ਦਿਆਲ ਸਤਿਗੁਰਾਂ ਦੇ ਦਰਸ਼ਨ ਹੋਣਗੇ। ਉਤੋਂ ਨਿਕਟ ਆਵਤ ਪਰਚਾਵਤ, ਤੂੰ ਕੋਲ ਸੀ, ਕੋਲ ਰੋਜ਼ ਆ ਕੇ ਮੈਨੂੰ ਹੌਸਲਾ ਦੇ ਦਿੰਦਾ ਸੀ, ਸਤਿਗੁਰੂ ਜੀ ਦੀ ਕਥਾ ਸੁਣਾਉਂਦਾ ਸੀ, ਮਹਾਰਾਜ ਜੀ ਦੇ ਬਚਨ ਸੁਣਾਉਂਦਾ ਸੀ, ਮੇਰਾ ਮਨ ਲੱਗਾ ਹੋਇਆ ਸੀ। ਸ੍ਰੀ ਨਾਨਕ ਗੁਣ ਬਰਨ ਸੁਨਾਵਤ, ਮੈਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਗੁਣ ਵਰਣਨ ਕਰਕੇ ਸੁਣਾਉਂਦੇ ਸੀ। ਬਿਨ ਦਰਸ਼ਨ ਮੈਂ ਸਦਾ ਉਦਾਸਾ, ਤੇ ਹੁਣ ਤੁਸੀਂ ਚਲੇ ਜਾਓਗੇ ਤੇ ਮੇਰਾ ਮਨ ਉਦਾਸ ਹੋਵੇਗਾ। ਮੈਂ ਤਾਂ ਪਹਿਲਾਂ ਹੀ ਉਹਨਾਂ ਦੇ ਦਰਸ਼ਨਾਂ ਦੀ ਤਾਂਘ ਵਿੱਚ ਹਾਂ। ਤੁਸੀਂ ਆ ਕੇ ਬਚਨ ਸੁਣਾ ਕੇ ਹੌਸਲਾ ਦੇ ਜਾਂਦੇ ਸੀ, ਤੁਸੀਂ ਚੱਲੇ ਹੋ, ਹੁਣ ਮੇਰਾ ਮਨ ਹੋਰ ਬੇਬਲ ਹੋਵੇਗਾ। ਕਬ ਹੈ ਆਨ ਪੂਰੇ ਮਨ ਆਸਾ, ਖਬਰੇ ਕਦੋਂ ਉਸ ਭਾਗੀ ਘੜੀ ਆਵੇਗੀ ਜਦੋਂ ਆ ਕੇ ਦੀਨ ਦਿਆਲ ਸਤਿਗੁਰੂ ਜੀ ਮੈਨੂੰ ਆਵਾਜ਼ ਮਾਰਨਗੇ ਤੇ ਆਖਣਗੇ, ਰਾਜਾ ਸ਼ਿਵਨਾਭ ਅਸੀਂ ਆ ਗਏ ਹਾਂ। ਕਦੋਂ ਭਾਗਾਂ ਭਰਿਆ ਦਿਨ ਆਵੇਗਾ ਜਦੋਂ ਮੈਂ ਉਹਨਾਂ ਦੇ ਦਰਸ਼ਨ ਕਰਕੇ
ਆਪਣੀ ਆਸ ਪੂਰਨ ਕਰਾਂਗਾ। ਮਨ ਸੁਖ ਧੀਰਜ ਦੀਨ ਬਹੁਤੀ, ਭਾਈ ਮਨ ਸੁਖ ਨੇ ਧੀਰਜ ਦਿੱਤਾ, ਹੌਸਲਾ ਦਿੱਤਾ। ਸੁਨ ਹੋ ਨਿਰਪਤ ਤਵ ਮਤ ਅਤ ਪੂਤੀ, ਆਖਿਆ ਹੈ ਰਾਜਾ ਸੁਣ ਤੇਰੀ ਮਤ ਬੜੀ ਪਵਿੱਤਰ ਹੈ। ਦ੍ਰਿੜ ਨਿਸ਼ਚਾ ਰਾਖੋ ਮਨ ਮਾਹੀ, ਤੂੰ ਆਪਣੇ ਹਿਰਦੇ ਦਾ ਨਿਸ਼ਚਾ ਨਾ ਡੁਲਾਈ, ਦ੍ਰਿੜ ਨਿਸ਼ਚਾ ਰੱਖੀ। ਮਿਲ ਹੈ ਕਿਰਪਾਲ ਦੇਰ ਕਛ ਨਾਹੀ, ਕਿਰਪਾਲੂ ਸਤਿਗੁਰੂ ਜੀ ਛੇਤੀ ਆ ਮਿਲਣਗੇ, ਉਹ ਦੇਰੀ ਨਹੀਂ ਲਾਉਣਗੇ। ਅਸ ਕਹਿ ਕਰੀ ਪਰਸ ਪਰ ਬੰਦਨ, ਇਦਾਂ ਕਹਿ ਕੇ ਦੋਨਾਂ ਨੇ ਇੱਕ ਦੂਜੇ ਨੂੰ ਪ੍ਰਣਾਮ ਕੀਤੀ। ਕਵਨਿਓ ਸਿਮਰਤ ਬਿਗਨ ਨਿਕੰਦਨ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਿਮਰਨ ਕਰਕੇ ਭਾਈ ਮਨ ਸੁਖ ਜੀ ਚੱਲ ਪਏ। ਉਤ ਭੂਪਤ ਕੇ ਮਨ ਲਿਵ ਲਾਗੀ, ਉਧਰ ਰਾਜਾ ਸ਼ਿਵਨਾਭ ਜੀ ਦੇ ਮਨ ਵਿੱਚ ਵੀ ਲਿਵ ਲੱਗ ਗਈ। ਸਿਮਰੈ ਨਿਜ ਬਾਸੁਰ ਵੱਡ ਭਾਗੀ, ਰਾਤ ਦਿਨ ਵੱਡਿਆਂ ਭਾਗਾਂ ਵਾਲੇ ਰਾਜਾ ਸ਼ਿਵਨਾਭ ਜੀ ਸਤਿਗੁਰਾਂ ਨੂੰ ਸਿਮਰਦੇ ਹਨ। ਉਠਤ ਬੈਠਤ ਗਵਨਤ ਨਾਮੂ, ਉੱਠਦਿਆਂ ਬਹਿੰਦਿਆਂ ਹਰ ਵੇਲੇ ਨਾਮ ਜਪਦੇ ਐ, ਹਰ ਵੇਲੇ ਨਾਮ ਦੀ ਕਮਾਈ ਕਰਦੇ ਰਾਜਾ ਸ਼ਿਵਨਾਭ ਜੀ। ਕਹਿ ਸ਼੍ਰੀ ਨਾਨਕ ਨਿਤ ਸੁਖ ਧਾਮੂ, ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਾਜਾ ਸ਼ਿਵਨਾਭ ਜੀ ਮਹਾਰਾਜ ਜੀ ਦਾ ਐਸਾ ਨਾਮ ਜਪਦੇ ਹਨ। ਮੋਰ ਸਮਾਨ ਪਇਓ ਮਨ ਮੋਰਾ, ਕਹਿੰਦੇ ਮੇਰਾ ਮਨ ਮੋਰ ਦੇ ਸਮਾਨ ਹੋ ਗਿਆ। ਕਬ ਹੈ ਮਿਲੈ ਹੋਏ ਕਹਿ ਕਨਾ ਘੋਰਾ, ਇਹ ਸਤਿਗੁਰੂ ਜੀ ਕਦੋਂ ਬੱਦਲ ਰੂਪ ਹੋ ਕੇ ਆ ਕੇ ਮਿਲੋਗੇ ਮੈਨੂੰ। ਜਿਵੇਂ ਮੋਰ ਬੱਦਲ ਵੇਖ ਕੇ ਖੁਸ਼ ਹੁੰਦਾ ਹੈ, ਕਹਿੰਦੇ ਮੇਰਾ ਮਨ ਮੋਰ ਹੋ ਗਿਆ ਮਹਾਰਾਜ, ਤੁਸੀਂ ਕਦੋਂ ਬੱਦਲ ਰੂਪ ਹੋ ਕੇ ਮੈਨੂੰ ਮਿਲੋਗੇ। ਚਿਤ ਚਾਤ੍ਰਿਕ ਕੋ ਪਿਆਸ ਪੁਕਾਰਤ, ਮੇਰਾ ਚਿੱਤ ਬਬੀਹਾ ਬਣ ਗਿਆ ਮਹਾਰਾਜ, ਤੁਸੀਂ ਕਦੋਂ ਸਵਾਤ ਬੂੰਦ ਹੋ ਕੇ ਦਰਸ਼ਨ ਦਿਓਗੇ। ਚਾਹਤ ਸਵਾਤ ਦਰਸ ਹਰਿਆਰਤ, ਮਹਾਰਾਜ ਜੀ ਤੁਹਾਡੇ ਦਰਸ਼ਨ ਮੇਰੇ ਲਈ ਸਵਾਤ ਬੂੰਦ ਨੇ, ਮੈਂ ਬਬੀਹਾ ਬਣ ਕੇ ਪਿਆਸਾ ਪੁਕਾਰਦਾ ਹਾਂ। ਲੋਚਨ ਪਏ ਚਕੋਰ ਵਿਚਾਰੇ, ਰਾਜੇ ਸ਼ਿਵਨਾਭ ਜੀ ਕਹਿੰਦੇ ਮੇਰੀਆਂ ਅੱਖਾਂ ਵਿਚਾਰੀਆਂ ਚਕੋਰਾ ਹੋ ਗਈਆਂ ਹਨ। ਚੰਦ ਬਦਨ ਕਾ ਬਿਆਨ ਦਿਖਾਰੇ, ਇਹ ਚੰਨ ਜੈਸੇ ਸੋਹਣੇ ਮੁਖੜੇ ਵਾਲੇ ਸਤਿਗੁਰੂ ਮੈਨੂੰ ਕਦੋਂ ਦਰਸ਼ਨ ਦਿਓਗੇ। ਮੇਰੇ ਨੇਤਰਾਂ ਰੂਪੀ ਚਕੋਰਾਂ ਨੂੰ ਕਦੋਂ ਆਪਣੇ ਚੰਨ ਰੂਪੀ ਸੋਹਣੇ ਦੀਦਾਰ ਕਰਾਓਗੇ। ਬਿਰਦ ਸੁਨਿਓ ਮੈਂ ਦੀਨ ਦਿਆਲਾ, ਇਹ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਜੀ ਮੈਂ ਤੁਹਾਡਾ ਬਿਰਦ ਸੁਣਿਆ। ਜਾਂ ਤੇ ਆਸਾ ਕਰੋ ਬਿਸਾਲਾ, ਇਸੇ ਕਰਕੇ ਮੈਂ ਆਪਣੇ ਹਿਰਦੇ 'ਚ ਆਸ ਕਰੀ ਬੈਠਾ, ਬੜੀ ਵੱਡੀ ਆਸ ਹੈ। ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾਂ। ਮਹਾਰਾਜ ਮੇਰੇ ਮਨ 'ਚ ਵੱਡੀ ਆਸ ਹੈ। ਅਸ ਪ੍ਰਕਾਰ ਭੂਪਤ ਅਭਿਲਾਖਾ, ਇਸ ਤਰ੍ਹਾਂ ਰਾਜੇ ਦੇ ਮਨ ਵਿੱਚ ਵੱਡੀ ਭਾਰੀ ਅਭਿਲਾਖਾ ਹੈ। ਦਿਨ ਪ੍ਰਤ ਬਦਤ ਬਿਟਪ ਜਿਉ ਸਾਖਾ, ਕਹਿੰਦੇ ਜਿਵੇਂ ਕਿਸੇ ਦਰਖਤ ਦੀ ਟਹਿਣੀ ਵੱਧਦੀ ਹੈ ਨਾ, ਇਦਾਂ ਦਿਨ ਪ੍ਰਤੀ ਦਿਨ ਆਸ ਵੱਧਦੀ ਜਾ ਰਹੀ ਹੈ। ਰੈਨ ਵਿਖੈ ਨਿੰਦਰਾ ਜਿਨ ਤਿਆਗੀ, ਰਾਤ ਨੂੰ ਨੀਂਦ ਨਹੀਂ ਆਉਂਦੀ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਇਹੋ ਜੀ ਅਵਸਥਾ ਬਣੀ ਹੋਈ ਹੈ। ਦਿਨ ਮੈਂ ਭੂਖ ਪਿਆਸਾ ਭਾਗੀ, ਦਿਨ ਸਮੇਂ ਨਾ ਭੁੱਖ ਲੱਗਦੀ ਹੈ ਨਾ ਪਿਆਸ ਵਿਆਪਦੀ ਹੈ। ਪ੍ਰੇਮ ਆਧਾਰ ਜੀਵਨਾ ਜਿਹ ਕੋ, ਜਿਨ੍ਹਾਂ ਦਾ ਜੀਵਨ ਹੀ ਪ੍ਰੇਮ ਬਣ ਗਿਆ, ਪ੍ਰੇਮ ਹੀ ਆਧਾਰ ਬਣ ਗਿਆ ਜੀਵਨ ਦਾ। ਲੋਚਨ ਚਲਤ ਰਹਿਤ ਜਲ ਤਿਹ ਕੋ, ਨੇਤਰਾਂ ਚੋਂ ਨੀਰ ਵਹਿੰਦਾ ਚਲਿਆ ਜਾਂਦਾ, ਮੋਏ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ। ਏਦਾਂ ਦੀ ਅਵਸਥਾ 'ਚ ਤੜਫਦੇ ਨੇ ਰਾਜਾ ਸ਼ਿਵਨਾਭ ਜੀ। ਕੇਤਿਕ ਦਿਵਸ ਅਸ ਭਾਂਤ ਬਿਤਾਏ, ਕਈ ਦਿਨ ਇਸੇ ਤੜਫ ਦੇ ਵਿੱਚ ਪ੍ਰੇਮ ਦੇ ਵਸਲ ਵਿੱਚ ਬਤੀਤ ਹੋਏ। ਜਿਹ ਕੇ ਜਾਗੇ ਭਾਗ ਸੁਹਾਏ, ਆਹ ਜਾਗ ਪਏ ਨੇ ਭਾਗ ਰਾਜੇ ਸ਼ਿਵਨਾਭ ਦੇ। ਕੋਈ ਜਨਮਾਂ ਜਨਮਾਂ ਦੇ ਭਾਗ ਸਵੱਲੇ ਅੱਗੇ ਆ ਗਏ ਨੇ, ਜਿਹਦੇ ਹਿਰਦੇ 'ਚ ਗੁਰੂ ਨਾਨਕ ਸਾਹਿਬ ਦਾ ਪ੍ਰੇਮ ਵਸ ਗਿਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪ੍ਰੇਮ ਦੀ ਪ੍ਰੀਤ ਦੀ ਲਟਕ ਲੱਗ ਗਈ ਹੈ। ਕਦੋਂ ਆਉਣ, ਕਦੋਂ ਆ ਕੇ ਦਰਸ਼ਨ ਦੇਣ। ਇਹੋ ਜੀ ਪਿਆਸ ਵਿੱਚ ਨਾ ਨੀਂਦ ਆਉਂਦੀ ਹੈ, ਨਾ ਦਿਨ ਸਮੇਂ ਭੋਜਨ ਪਾਉਂਦਾ ਹੈ। ਲੰਮੇ ਲੰਮੇ ਹਾਵੇ ਭਰਦੇ, ਹੌਕੇ ਭਰਦੇ, ਮੇਰੇ ਸਾਹਿਬ ਆ ਕੇ ਦਰਸ਼ਨ ਦਿਓ। ਇਧਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੰਦਰ ਖਿੱਚ ਪਈ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕਥਾ ਕਥਨ ਕਰਦਿਆਂ
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤ ਕੈ ਸਦਾ ਸੰਗ ਏ ਧਾਰਾਇਆ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੀ